जोगी जंगम भेद न कोई, ना को नाथ कहाएंदा। जब तक संयम ना व्रत पूजा, ना को आख बखाने दूजा। आपे आप पाए विगताए, आपे कीमत पाएंदा। ना सुच संयम तुलसी माला, गोपी कान न गौ गोवला। संत मंद पाखंड न कोई, ना को वंश बजाएंदा। कर्म धर्म नहीं माया माखी, जात जन्म नहीं तीसया। ममता जाल काल नहीं माता, ना को किसै त्याएंदा। निंद बिंद नहीं जीव न जिंदो, ना तद गोरख ना माशिंदो। ना तद ज्ञान त्यान को लूपतो, ना को गणत गणाएंदा। वर्ण पेख नहीं ब्राह्मण खत्री, देव ना देवरा गौ गायत्री। होम जग नहीं तीर्थ नावणो, ना को पूजा लाएंदा। ना को मुला ना को काजी, ना को शेख मसाय कहाजी। रहो ना हो मैं दुनिया, ना को कहन कहाएंदा। भाव न भक्ति ना शिव शक्ति, साचन मीत बेंत नहीं रख। आपे सहु आपे बन जा रहा, साचे हो पाएंदा। तीर्थ तीव न सिमृत शास्त्र, पाठ पुराण उदय नहीं आस्तु। कहता भक्ता आप गोचर, आपे लख लखाएंदा। जात पाना ता जग तो पाया, बास कला आडान रहाया। ब्रह्मा विष्णु में ही सो पाए, माया मुह बधाएंदा। चरले को गुरु शब्द सुनाया, कर कर देखा हुक्म सवाया। खंड ब्रह्मांड पाताल अरंभे, गुप्तो प्रगटियाएंदा। ताका अंत न जाने कोई, पूरे गुरते सोची हुई। नानक साध रते बिस्माते, विष्णु भय गुण गाएंदा। ताका अंत न जाने कोई, पूरे गुरते सोची होई। नानक साध रते विस्माते, विष्णु भय गुण गाएंदा। वाहिगुरु जी का खालसा, वाहिगुरु जी की फतेह। Everybody. सबकी बाणी का तो अच्छा सिर्फ पर्दो हुई देवका ने महाराज साहब ने देखते सारा साहब जी मारना मारना शब्द भी वो केड़ी है जड़ा श्वास बाहर होकर मुड़ता है वो नित कर लो कि श्वास बाहरों अंदर होया उस मौका ही बहुत हो जाती है। ता करके श्वास श्वास नाम जप बिरथा सास मत होए। क्या जाना मैं यही श्वास मत बचन गोबिंद
ਮਹਾਰਾਜ ਸਾਹਿਬ ਜਾਣ ਜਿਹੜਾ ਸਵਾਲ ਜਿਹੜਾ ਬਾਹਰ ਗਿਆ ਨੇ ਮੁੜਨਾ ਨਾ ਫਿਕਰ ਰੱਖ ਕੋਈ ਪਤਾ ਨਹੀਂ। ਇਸ ਕਰਕੇ ਤੁਹਾਨੂੰ ਨਾਨਕ ਪਾਤਸ਼ਾਹ ਜੀ ਕਹਿੰਦੇ ਆ ਹਮ ਆਦਮੀ ਨਾ ਇੱਕਦਮ ਬਹੁਤ ਬਹੁਤ ਨਾਨਕ ਜਨ ਮੈਂ ਇਸ ਦੇਵ ਪੇਸ਼ਰ ਨੂੰ ਦਾਤ ਕਰ ਆਦਮੀ ਸਾਡਾ ਨਾਮ ਆਮ ਆਉਂਦਾ ਨਾ ਆਇਆ ਇੱਕਦਮ ਬਹੁਤੇ ਦਮਾਂ ਦਾ ਹਰਾ ਮਾਲਕ ਕਹਿਣਾ ਮਰਜ਼ੀ ਮੰਗਾ ਮੰਗ ਲੋ ਮਾਲਕ ਦੀ ਮਰਜ਼ੀ ਹੈ ਜੰਮਣ ਮਰਨਾ ਹੋ ਭਾਣੇ ਆਵੇ ਜਾਏ ਉਹਦੇ ਹੁਕਮ ਵਿੱਚ ਹੀ ਜਨਮ ਦਾ ਉਹਦੇ ਹੁਕਮ ਵਿੱਚ ਬਹੁਤ ਤੇ ਪੁੱਤਰਾ ਜੀ ਮਹਾਤਮਾ ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਦੇ ਵੇਲੇ ਜਿਹੜੇ ਹੋਏ ਨੇ 10 ਪਾਤਸ਼ਾਹ ਦਾ ਰਹੇ ਜਨਮ ਲੈਂਦੇ ਨੂੰ ਘਰ ਦੇ ਬਾਹਰ ਸੁੱਟ ਆਏ ਕਿਉਂਕਿ ਚਾਮੜੇ ਦੇ ਮੂੰਹ ਚ ਕੜਾ ਪੈਦਾ ਹੋ ਉਸ ਥਾਂ ਤੇ ਜਿਹੜੇ ਬੱਚੇ ਦਿੱਤੇ ਸੀ ਆਪਣਾ ਬੱਚੇ ਮੈਂ ਪਾਤਸ਼ਾਹ ਲੰਘ ਰਹੇ ਸਨ ਬੱਚੇ ਦੇ ਰੋਣ ਬਾਤ ਆਈ ਸਿੱਖਾਂ ਨੂੰ ਕਹਿੰਦੇ ਅੱਗੇ ਹੋ ਕੇ ਬੱਚਾ ਬੰਦੇ ਦਾ ਬੱਚਾ ਹੈ ਨਾ ਸੁਪਰਾ ਹੀ ਰੱਖ ਬੜਾ ਵਿਦਵਾਨ ਹੋਇਆ ਹਾਸਦਾਸ ਦੀਆਂ ਕਵਿਤਾਵਾਂ ਤੇ ਗੱਲਾਂ ਸੁਣਾਇਆ ਕਰਦਾ ਸੀ। ਉਹਨੇ ਦੁਨੀਆ ਨੂੰ ਸਮਝਾਉਂਦਾ ਕੋਈ ਨਾ ਕੋਈ ਅਨੋਖਾ ਢੰਗ ਸੋਚਿਆ ਤੇ ਬਹੁਤੀ ਆਵੋ ਜਾਈ ਵਗਦਾ ਉਸ ਤਵਾ ਪ੍ਰਾਤ ਲੈ ਲਿਆ ਆਟਾ ਲੈ ਲਿਆ ਪ੍ਰਸਾਦੇ ਪਕਾਉਣ ਲੱਗਾ ਲੋਕ ਉਹਦੇ ਸੁਭਾਅ ਤੋਂ ਜਾਣ ਬਹੁਤ ਦੇਖਦੇ ਇਕੱਠੇ ਉਹਨੇ ਇੱਕ ਪ੍ਰਸਾਦਾ ਪਕਾਇਆ ਤੇ ਉਹਨੂੰ ਛਕਣ ਲੱਗੀ ਫਿਰ ਪਾਉਣ ਲੱਗਿਆ ਉਹ ਪੱਕਾ ਇੱਕ ਦੋ ਨੇ ਕਹਿਤਾ ਸੁਧਰਿਆ ਤੋਂ ਪਿਛੇ ਕਿਆ ਮੰਗੂ ਇਸ ਤਰ੍ਹਾਂ ਤੋਂ ਕਰ ਪਹਿਲੋਂ ਪਕਾ ਲਾ ਫਿਰ ਪਾਸੇ ਬਹਿ ਕੇ ਸਿਰ ਕੀ ਦਿੱਤਾ ਸੁਧਰੇ ਨੇ ਤਾਂ ਹੱਥ ਦੇ ਹੱਥ ਵਿੱਚ ਰਹਿ ਜੇ ਮੂੰਹ ਚ ਰਹੇ ਗਰਾਹਾ ਲੱਖ ਲਾਂਦ ਤੇਰੇ ਸੁੱਤਿਆ ਜੇ ਦਮਦਾ ਆ ਕੇ ਰੱਖਦਾ ਹੱਥ ਵਿੱਚ ਰਹਿ ਜੇ ਤੇ ਮੂੰਹ ਦੀ ਮੂੰਹ ਵਿੱਚ ਰਹਿ ਜਾਵੇ ਕਿੰਨੋਂ ਭਰੋਸਾ ਜਿਹਦੇ ਮਨ ਚ ਵਿਰਾਗ ਆਏ ਹੋ ਜੀ ਗੁਰੂ ਨਾਨਕ ਪਾਤਸ਼ਾਹ ਦੀ ਗਵਾਹੀ ਦਸਮ ਪਾਤਸ਼ਾਹ ਦੀ ਗਵਾਹੀ ਅਸੀਂ ਫੇਰ ਜਰਾ ਭੁੱਲ ਇਹ ਸਾਡੀ ਨਿੱਤ ਪਰਲੋ ਹੈ ਜੇ ਨਹੀਂ ਨਿੱਤ ਪਰਲੋ ਫਿਰ ਜਦੋਂ ਸੌ ਜਾਂਦੇ ਐ ਸਵਾਸ ਆ ਮੁਹਾਰੇ ਚੱਲਦੇ ਆ ਕਿ ਸੁੱਤੇ ਹੀ ਸੌ ਜਾਂਦੇ ਨੇ ਕਈਆਂ ਨੂੰ ਕਾਰਨ ਕੋਈ ਪਤਾ ਨਹੀਂ ਪਾਏ ਤੇ ਹਜ਼ੂਰ ਨੇ ਕਿਹਾ ਵੀ ਕੀਰਤਨ ਸੋਹਿਲਾ ਪੜ੍ਹ ਕੇ ਅਰਦਾਸ ਕਰਕੇ ਸੌਵਾਂ ਪਤਾ ਸਵੇਰੇ ਉੱਠਣਾ ਕੋਈ ਪਤਾ ਨਹੀਂ ਇਹ ਸਾਡੀ ਸਾਰਿਆਂ ਦੀ ਨਿੱਤ ਪਰਲੋ ਹੈ ਯਾਦ ਰੱਖੋ ਨਿਮਿਤ ਪਰਲੋ ਜਦੋਂ ਸਰੀਰ ਛੱਡ ਜਾਂਦਾ ਹੈ ਜੀਵ ਕੋਈ ਦੱਬ ਦਿੰਦਾ ਕੋਈ ਸਾੜ ਦਿੰਦਾ ਕੋਈ ਹੱਸਣ ਬਣੇ ਖੂਹ ਤੇ ਰੱਖ ਦਿੰਦਾ ਇੱਕ ਦੱਬੀਏ ਇੱਕ ਦੱਜੀਏ ਇੱਕ ਨਾ ਕੁੱਤੇ ਖਾਹੇ ਇੱਕ ਪਾਣੀ ਵਿੱਚ ਉਹ ਸੱਟੀਏ ਕਿ ਭੀੜ ਹੱਸਣ ਪਾਹੇ ਬਾਣੀ ਦੇ ਪ੍ਰਮਾਣ ਸਰੀਰ ਨੂੰ ਸਾਂਭਣਾ ਮੱਤਾਂ ਵਾਲਿਆਂ ਵੱਖਰੀ ਤਰ੍ਹਾਂ ਦਾ ਮੰਨਿਆ ਇੱਕ ਦੱਬਦੇ ਨੇ ਤੇ ਉਹਨਾਂ ਨੂੰ ਸਿਉਂਕ ਤੇ ਕੀੜੇ ਕਰਮ ਖਾ ਜਾਂਦੇ ਨੇ ਇੱਕ ਸਾੜ ਦਿੰਦੇ ਇੱਕ ਅੱਧਾ ਸਾੜ ਦਿੰਦੇ ਇੱਕ ਹੱਸਣ ਬਣੇ ਖੂਹ ਤੇ ਸਰੀਰ ਟੰਗ ਦਿੰਦੇ ਨੇ ਮਾਸ ਜਾਨਵਰ ਨੋਚ ਲੈਣ ਭਾਵ ਇਹ ਸਰੀਰ ਮਿੱਟੀ ਮਿੱਟੀ ਚ ਮਿਲ ਜਾਂਦਾ ਹੈ ਜਦੋਂ ਸਰੀਰ ਜੀਵ ਛੱਡ ਗਿਆ ਉਦੋਂ ਆਪ ਜਗ ਆਪ ਮਰ ਕੇ ਜਗਤੀ ਪਰਲੋ ਹੈ ਸਾਡੀ ਤੋ ਭਾਵ ਨਿਮਿਤ ਪਰਲੋ ਫਿਰ ਗੁਰਮੁਖੋ ਸਾਰੀ ਧਰਤੀ ਤੇ ਪਾਣੀ ਵਗਿਆ ਹੈ ਫਿਰ ਪਾਣੀ ਵਗੂ ਜੋ ਪਰਲੋ ਹੋਣੀ ਹੈ ਪਾਣੀ ਦੀ ਪਰਲੋ ਇਸ ਨੂੰ ਬਾਤਰ ਪਰਲੋ ਕਹਿੰਦੇ ਸਾਰੀ ਪਾਣੀ ਤੋ ਇਸ ਪਾਣੀ ਦੇ ਵਿੱਚ ਅਗਨੀ ਹੈ ਹਵਾ ਵਿੱਚ ਵੀ ਅਗਨੀ ਸਮਾ ਉਹ ਜਿਹੜੀ ਅਭਾਵ ਬੜਵਾ ਅਗਨੀ ਹੈ ਉਹ ਸਾਰੇ ਪਾਣੀ ਨੂੰ ਸਾੜ ਦੋ ਖਤਮ ਹਵਾ ਅਗਨੀ ਹਵਾ ਚ ਅਗਨੀ ਜਿਹੜੀ ਮਿਲੀ ਹੋਈ ਹੈ ਹਵਾ ਇਹ ਹਵਾ ਚ ਮਿਲ ਜਾਊ ਹਵਾ ਆਕਾਸ਼ ਵਿੱਚ ਮਿਲ ਜਾਊ ਹੈ ਕੀ ਕਰਦਾ ਇਸੇ ਤਰ੍ਹਾਂ ਜੋ ਸ੍ਰਿਸ਼ਟੀ ਸਾਜਣੀ ਹੈ ਆਕੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਏ ਜਲ ਤੇ ਤੇਰੇ ਭਾਵਨ ਸੱਜਾ ਘੜ ਘੜ ਜੋਰ ਇਹ ਚਾਰ ਪ੍ਰਕਾਰ ਦੀ ਪਰਲੋ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਬਣਾਈ ਹੈ ਇਹ ਸ਼ਬਦ ਅੰਦਰ ਧੰਨ ਨਾਨਕ ਪਾਤਸ਼ਾਹ 16 ਪਾਦ ਨੇ ਪੰਕਤੀਆਂ ਜਿਨ੍ਹਾਂ ਦੇ
13 ਵਿੱਚ ਤਾਂ ਮਹਾਰਾਜ ਸਾਹਿਬ ਪਰਲੋ ਜਣਾਉਣ, ਅਗਲੀਆਂ ਫਿਰ ਤਿੰਨਾਂ ਵਿੱਚ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਰਸਨਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਲਮ ਦਾ ਲਿਖਿਆ ਹੋਇਆ ਸ਼ਬਦ ਤੁਹਾਡੇ ਕਥਾ ਕਰਕੇ ਸੁਣਾਈ ਕਲਗੀਆਂ ਵਾਲੇ ਗੋਬਿੰਦ ਸਾਡੇ ਤੱਕ ਪਹੁੰਚ ਗਏ। ਆਓ ਹੁਣ ਇਸ ਦੀ ਮਿਲ ਜੁਲ ਕੇ ਵਿਚਾਰ ਸਾਂਝੀ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹੱਲਾ ਪਹਿਲਾ। ਗੁਰਮੁਖੋਏ ਮਾਰੂ ਰਾਗ ਚੱਲ ਰਿਹਾ ਹੈ। ਮਹੱਲਾ ਸਿੱਧ ਕਰਦਾ ਜੀ ਨਾਨਕ ਪਾਤਸ਼ਾਹ ਦਾ ਉਚਾਰਿਆ ਸ਼ਬਦ 1035 ਅੰਗ ਸਾਹਿਬ ਗ੍ਰੰਥ ਸਾਹਿਬ ਦਾ ਇਸ ਸ਼ਬਦ ਰੰਭ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਕਿਰਪਾ ਕਰਦੇ ਹਨ। ਅਰਬਦ ਨਰਬਦ ਧੁੰਦੂਕਾਰਾ। ਸਾਹਿਬ ਕਹਿੰਦੇ ਗਿਣਤੀ ਹੈ ਦੁਨੀਆ ਦੀ 1 2 ਤੋਂ ਆਰੰਭ ਹੋ ਕੇ ਸੰਕਾਂ ਹਜ਼ਾਰਾਂ ਤੇ ਕਰੋੜਾਂ ਤੱਕ 100 ਕਰੋੜ ਦਾ ਅਰਬ ਤੇ 10 ਅਰਬ ਦਾ ਖਰਬ ਤੇ ਮਹਾਰਾਜ ਸਾਹਿਬ ਇੱਥੇ ਜਣਾ ਅਰਬ ਖਰਬ ਕਿਸ ਤਰ੍ਹਾਂ ਹੈ ਧੁੰਦੀ ਹੈ ਸੋਨੀ ਹੈ ਚੋਟੀ ਹੈ ਹਨੇਰਾ ਹੀ ਹੈ ਕੁਝ ਵੀ ਨਹੀਂ ਕੀ ਨਹੀਂ ਦੁਨੀਆ ਤੇ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਦੱਸਦੇ ਹਨ। ਉਦੋਂ ਕੌਣ ਕੋਈ ਜਾਤ ਨਹੀਂ ਕੋਈ ਜਨਮ ਨਹੀਂ ਕੋਈ ਕਰਾਸੀ ਦਾ ਕੋਈ ਲੈਣ ਵਾਲਾ ਨਹੀਂ ਕੋਈ ਦੇਣ ਵਾਲਾ ਨਹੀਂ। ਇਹਦੇ ਵਿੱਚ ਮਹਾਰਾਜ ਸਾਹਿਬ ਸਾਨੂੰ ਜਣਾਉਣਗੇ ਅਰਬ ਖਰਬ ਸਾਲ ਧੁੰਦੂਕਾਰ ਸੁਨ ਗੁਰ ਸਮਾਧੀ ਉਹ ਮਾਲਕ ਪਰਮੇਸ਼ਰ ਨਿਰੰਕਾਰ ਆਪ ਹੀ ਜਿਵੇਂ ਕਹਿੰਦੇ ਹਨ ਧਰਨ ਨਾ ਗਗਨਾ ਹੁਕਮ ਅਪਾਰਾ। ਧਰਨ ਜਿਹੜੀ ਧਰਤੀ ਹੈ ਪੈਰਾਂ ਥੱਲੇ ਜਿਸ ਉੱਪਰ ਤੁਰੇ ਫਿਰਦੇ ਤੇ ਗਗਨ ਆਕਾਸ਼ ਜੋ ਸਿਰ ਤੇ ਹੈ ਜਿਸ ਵੱਲ ਵੇਖਦੇ ਹਾਂ ਜਿਸ ਚੰਦਰਮਾ ਸਾਰੇ ਸਾਨੂੰ ਮਹਿਸੂਸ ਬੜੇ ਬੜੇ ਭਾਰਤ ਗੁਰਵਸਤਾਂ ਵਿੱਚ ਇਹ ਧਰਤੀ ਵੀ ਨਹੀਂ ਸੀ ਇਹ ਗਗਨ ਆਕਾਸ਼ ਵੀ ਨਹੀਂ। ਹੁਕਮ ਅਪਾਰਾ ਨਾ ਕੋਈ ਵੇਖਦੇ ਹੁਕਮ ਕਰਨ ਵਾਲਾ ਤੇ ਪਾਰਾ ਤੋਂ ਅਪਾਰਾ ਰਹਿਤ ਹੁਕਮ ਕਰਨ ਵਾਲਾ ਕੋਈ ਜਾਣਦਾ ਹੀ ਨਾ ਹੈ ਹੀ। ਨਾ ਦਿਨ ਰੈਨ ਨਾ ਚੰਦ ਨਾ ਸੂਰਜ ਸੁਨ ਸੰਬਾਦ ਲਗਾਏਂਦਾ। ਉਸ ਮੌਕਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਾ ਦਿਨ ਸੀ ਤੇ ਨਾ ਰਾਇਣ ਰਾਤ ਪੈਂਦੀ ਸੀ। ਤਾਂ ਰਾਤ ਪੈ ਗਈ ਕਿਤੇ ਦਿਨ ਚੜ ਗਿਆ ਦਿਨ ਚੜ ਗਿਆ ਤੇ ਰਾਤ ਪੈ ਗਈ। ਇਸ ਪ੍ਰਕਾਰ ਦਿਨ ਨਾ ਰੈਣ ਚੰਦ ਨਾ ਆਕਾਸ਼ ਵਿੱਚ ਰਾਤ ਆਈ ਦੇਣ ਵਾਲਾ ਚੰਦਰਮਾ ਤੇ ਦਿਨੇ ਸੂਰਜ। ਇਹ ਸੂਰਜ ਵੀ ਨਹੀਂ ਚੰਦਰਮਾ ਵੀ ਨਹੀਂ। ਚੰਦਰਮਾ ਦੀ ਹੋਂਦ ਪੈਦਾ ਹੋਈ ਹੈ ਤੋਂ ਪਹਿਲੇ ਅਤਰੇ ਦੇ ਘਰੇ ਇਸ ਪ੍ਰਕਾਰ ਭਾਵ ਤੇ ਅਨਸੂਆ ਦੇ ਘਰੇ ਅਤਰ ਰਿਸ਼ੀ ਦੇ ਚੰਦਰਮਾ ਪੈਦਾ ਸਮੁੰਦਰ ਰੇੜਕਣ ਤੋਂ ਵੀ ਪੈਦਾ ਹੋਇਆ। ਇਹਦਾ ਬੁੱਧ ਨਾਮੇ ਪੁੱਤਰ ਹੋਇਆ। ਇਸੇ ਪ੍ਰਕਾਰ ਕਸ਼ਪ ਰਿਸ਼ੀ ਦੇ ਘਰੇ ਅਦਿੱਤੀ ਦੇ ਪੇਟ ਤੋਂ ਸੂਰਜ ਪੈਦਾ ਫਿਰ ਸੜਿਆ ਮੜਿਆ ਸੀ ਬੁੱਧ ਦੇ ਸਰਾਪ ਨਾਲ ਤੇ ਵਿਸ਼ਕਰਮੇ ਨੇ ਇਸ ਪਰਾਤ ਤੇ ਚੜਾ ਕੇ ਚੱਲ ਕੇ ਫਿਰ ਠੀਕ ਵਿਸ਼ਕਰਮੇ ਲੈਤੀ ਸਾਧਨ ਫਿਰ ਤੋਂ ਸਾਧਨ ਉੱਪਰ ਕੋ ਤਨ ਛੁੱਲ ਤੇ ਉਸ ਸੁੰਦਰ ਰੂਪ ਪਰ ਉਦੋਂ ਨਾ ਸੂਰਜ ਸੀ ਨਾ ਚੰਦਰਮਾ ਸੀ ਨਾ ਦਿਨ ਨਾ ਰਾਤ। ਇਸ ਪ੍ਰਕਾਰ ਕਿਸੇ ਸੁਨ ਬਾਦ ਨਾ ਕੋ ਗੁਰਨਾ ਸੀ ਸੁਨ ਬਾਦ ਸੁਨ ਸਮਾਧੀ ਵਿੱਚ ਕੌਣ ਆਪਣੇ ਸੁਨ ਸਮਾਧੀ ਚ ਬੈਠੇ ਭਾਗਾਂ ਵਾਲੀਆਂ ਆਤਮਾ ਮਹਾਤਮਾ ਕੋਈ ਵਿਰਤਾ ਜਿਹੜਾ ਸੁਨ ਸਮਾਧੀ ਚ ਬੈਠੇ ਜਿਹਨੂੰ ਕੋਈ ਪਤਾ ਨਹੀਂ ਮੈਂ ਕਿੱਥੇ ਬੈਠਾ ਹੈ ਕੋਈ ਪਤਾ ਨਹੀਂ ਰਾਤ ਹੈ ਕਿ ਸਵੇਰ ਹੈ ਕਿ ਸ਼ਾਮ ਹੈ ਕਦੋਂ ਦਾ ਬੈਠਾ ਕੋਈ ਵਾਸੀ ਨਹੀਂ ਜਾਗਦਾ ਨਹੀਂ ਮਨ ਬਾਣੀ ਸਥਿਰ ਕਰਕੇ ਬੜੀ ਔਖੀ ਕਿਸਮਤ ਪਰਮਾਰਥ ਪਰਮੇਸ਼ਰ ਆ ਬੈਠਾ ਸੀ। ਗੁਰਮੁਖੋ ਹਿੰਦੂਆਂ ਦਾ ਤੀਰਥ ਹੈ ਉਹਨੂੰ ਕਹਿੰਦੇ ਬਦਰੀ ਨਾਰਾਇਣ। ਆਗਰੀ ਵੀ ਕਹਿੰਦੇ ਉਹਨੂੰ ਜਾਣਦੇ ਆ ਬਦਰੀ ਨਾਰਾਇਣ ਨੂੰ ਭਗਵਾਨ ਕਹਿੰਦਾ ਲక్ష్ਮੀ ਬਦਰੀ ਮੈਂ ਅਵਤਾਰ ਧਾਰ ਧਾਰ ਝਾਸ ਕਈ ਕਰ ਥੱਕ ਕੇ ਜੰਗ ਜੁੱਧ ਕਰ ਮੇਰਾ ਹੁਣ ਕੀ ਕਰਦਾ ਮੈਂ ਸੁਣ ਸਮਾਧੀ ਬੈਠਾ ਤੇਰੇ ਵਕਲ ਸਮਾਧੀ ਬੈਠਾ ਕੁਛ ਸਮਾਂ ਕਦੀ ਪਤੀ ਦੇਵ ਜੀ ਤੁਹਾਡੀ ਕਰਕੇ ਬੈਠ ਲਓ ਉਸ ਮੌਕਾ ਚੰਗਾ ਕੁਛ ਸਮੇਂ ਸ਼ਾਂਤ ਵਾਸ ਬੈਠ
ਹੈ। ਵਿਸ਼ਨੂੰ ਭਗਵਾਨ ਦੀ ਚੌਕੜਾ ਮਾਰ ਕੇ ਬੈਠ ਕੇ ਸੁਣ ਸਾਧੀ ਦਸ਼ਮੀ ਸੋਚਣ ਲੱਗੀ, ਮੇਰਾ ਪਤੀ ਦੇਵ ਬਹਿ ਗਿਆ, ਮੈਂ ਕਿੱਥੇ ਜਾਣਾ, ਇਹਨੂੰ ਬਣ ਨਹੀਂ ਆਉਂਦਾ। ਉਸ ਮੌਕਾ ਬੇਰੀ ਦਾ ਰੂਪ ਧਾਰ ਕੇ ਤੇ ਸਿਰ ਤੇ ਛਾਂ ਕਰਕੇ ਉੱਥੇ ਦਸ਼ਮੀ ਆਪਣੀ ਕਾਫੀ ਸਮਾਂ ਲੰਘ ਗਿਆ, ਕਾਫੀ ਸਮਾਂ ਗੁਜ਼ਰ ਗਿਆ। ਸਮੇਂ ਬਾਅਦ ਸੁਨ ਸਮਾਧੀ ਸੁੰਦਰ ਵਕਲ ਸਮਾਧੀ ਤੋਂ ਭਗਵਾਨ ਦੀ ਯਾਦ ਹੋਇਆ, ਦੇਖਿਆ ਮੇਰੇ ਸਿਰ ਤੇ ਕੀ ਹੈ। ਜਦੋਂ ਮੈਂ ਸਮਾਧੀ ਲਾਈ ਤਾਂ ਉਦੋਂ ਖੁਸ਼ ਕਿ ਇਹ ਕੌਣ ਹੈ, ਕਿਉਂ ਆ ਗਈ। ਫਿਰ ਪਤਾ ਲੱਗਿਆ ਵੀ ਮੇਰੀ ਪਤਨੀ ਤੇਰੀ ਬਣ ਹਾਂ ਕਰ ਦੋਵਾਂ ਜੀਆਂ ਦਾ ਇਹੋ ਜਿਹਾ ਪਿਆਰ ਹੁੰਦਾ, ਇੱਕ ਜੋਤ ਦੋਏ ਆਸ ਵੀ ਕਰਨਾ, ਅਸੀਂ ਕਿੰਨਾ ਦੀ ਚੀਜ਼ ਕਰਦੇ ਹਨ। ਦੇਵੋ ਸਾਡੇ ਨਾਲ ਕੀ ਬਣ ਰਿਹਾ ਹੈ, ਸਾਡੀਆਂ ਬੱਚੀਆਂ ਦੇ ਬੱਚੇ ਸਰੋਤੇ। ਉਸ ਮੌਕਾ ਭਗਵਾਨ ਖੁਸ਼ ਹੋ ਗਏ, ਪਤਨੀ ਨੂੰ ਇੰਨਾ ਪਿਆਰ ਵਿਖਾਇਆ, ਛੱਡ ਕੇ ਗਈ, ਹਾਂ ਕਰ ਛੱਡੀ। ਮੇਰੇ ਲੈ ਆਉਣ ਵਾਲੇ ਸਮੇਂ ਚ ਯਾਤਰੂ ਆਉਣਗੇ, ਤੈਨੂੰ ਪਹਿਲੋਂ ਯਾਦ ਕਰਨਗੇ, ਬਾਅਦ ਤਾਂ ਬਦਰੀ ਮੇਰੀ ਨਾਰਾਇਣ, ਬਦਰੀ ਨਾਰਾਇਣ ਤਾਂ ਸੁਨ ਸਮਾਧੀ ਮਹਾਤਮਾ ਬਹਿੰਦੇ ਨੇ, ਵੀ ਬਹਿੰਦੇ ਨੇ ਕਈ ਸਾਲ ਏਦਾਂ ਹੀ ਲੰਘ ਜਾਂਦੇ, ਸਮਝ ਬਹਿੰਦੇ ਜੰਗਲਾਂ ਜਾ ਕੇ ਬਹਿੰਦੇ ਨੇ, ਦੀ ਸਮਾਧੀ ਚੰਗੀ ਲਾ ਲੈਂਦੇ ਨੇ। ਜਿਵੇਂ ਭਾਵ 9 ਨੰਦਾਂ ਨੇ ਲਾਈ 10ਵੇਂ ਵੇਲੇ ਖੁੱਲੀ ਸਤਿਯੁਗ ਹਜ਼ੂਰ ਸਾਹਿਬ, ਜਿਨ੍ਹਾਂ ਦੇ ਨਾਂ ਤੋਂ ਨਦੇੜ ਬਣਿਆ, 9 ਨੰਦੇੜ, ਜਿਨ੍ਹਾਂ ਨੂੰ ਮਹਾਰਾਜ ਸਾਹਿਬ ਕਲਗੀਧਰ ਪਿਤਾ ਨੇ ਅੰਮ੍ਰਿਤ ਸਿੰਘ ਬਣਾ ਕੇ ਜਿਹੜੇ ਅੰਮ੍ਰਿਤ ਸਿਰ ਫੇਰ ਸਾਡੀ ਸਰ ਕਿ ਉਹਦੇ ਪ੍ਰਮਾਣ ਹਵਾਲੇ ਤੇ ਮਿਲਦੇ ਨੇ। ਉਹ ਤਾਂ ਭਾਵ ਕਾਨਫਰੰਸ ਲਾ ਲੈਂਦੇ, ਅਸੀਂ ਲਾ ਕੇ ਬਹਿ ਜਾਈਏ, ਬਸ ਕਿਸ ਵਿਅਕਤੀ ਬਾਣੀ ਨਾਲ ਜੋੜਨੀ ਹੈ, ਸਿਮਰ ਨਾਲ ਜੋੜਨੀ, ਸੁਰਨਾ ਨਹੀਂ ਕੋਈ ਗੱਲ ਨਹੀਂ। ਇਸ ਪ੍ਰਕਾਰ ਕਾਲ ਪੁਰਖ ਨਿਰੰਕਾਰ ਜਦੋਂ ਕੁਝ ਵੀ ਨਹੀਂ, ਪੁੰਨ ਅਘੋਰ ਸਮਾਧੀ ਲਗਾ ਕੇ ਬੈਠਾ ਹੋਇਆ ਸੀ। ਬਾਣੀ ਨਾ ਬਾਣੀ ਪੌਣ ਨਾ ਪਾਣੇ। ਧੰਨ ਗੁਰੂ ਨਾਨਕ ਪਾਤਸ਼ਾਹ ਸਾਨੂੰ ਦੱਸ ਰਹੇ ਸਾਰਿਆਂ ਨੂੰ, ਜਿਹੜੀਆਂ 4 ਖਾਣੀਆਂ ਨਾ ਪੈਦਾ ਕਰਨ ਵਾਲੀ, ਜੇਰ ਤੋਂ ਪੈਦਾ ਹੋਣਾ, ਜਿਹੜਾ ਬੱਚੇ ਨੂੰ ਜਨਮ ਦਿੰਦਾ ਕੋਈ ਜੀਵ, ਉਹ ਜੇਰ ਤੋਂ ਪੈਦਾ, ਬੰਦਾ ਮਨੁੱਖ ਪਸ਼ੂ ਜੇਰ ਤੋਂ ਪੈਦਾ ਹੋਏ। ਇਹ ਖਾਣੀ ਹੈ ਭਾਵ ਜੇਰ, ਆਂਡਿਆਂ ਤੋਂ ਪੈਦਾ ਹੋਣ ਵਾਲੇ ਵਿਅੰਜਨ ਤੋਂ ਉਹ ਅੰਡਜ ਖਾਣੀ। ਉਤ ਭੁਜ ਧਰਤੀ ਤੋਂ ਪੈਦਾ ਹੋਣ ਵਾਲੀ ਬਨਾਸਪਤੀ, ਉਹ ਉਤ ਭੁਜ ਖਾਣ। ਤੇ ਤਜ ਆਏ ਇਹ ਤੋਂ ਪੈਦਾ ਹੋਣ ਵਾਲੀਆਂ ਉਹ ਭਾਵ ਇਹ ਖਾਣੀ। ਬੰਦੇ ਦੇ ਪਸੀਨੇ ਚੋਂ ਧੂਆਂ, ਪਸ਼ੂਆਂ ਦੇ ਪੱਥਰਾਂ ਦੇ ਰੁੱਖਾਂ ਦੇ ਪਸੀਨੇ ਚੋਂ ਦਾਖਾਂ ਤੇ ਕੁੱਤਾਂ, ਜਾਣੀ ਕਿ 4 ਖਾਣੀਆਂ ਤੋਂ ਸਾਰੀ ਤਰੀਕ ਹੋਰ ਵਾਧੂ ਨਹੀਂ। ਉਦੋਂ 4 ਖਾਣੀਆਂ ਵੀ ਨੇ, ਜਿਹੜੇ ਪਿੰਡ ਸਰੀਰ ਦੀਆਂ 4 ਬਾਣੀਆਂ ਨਾ, ਬੈਗ ਪਦਮਾ ਪਰਾਬ ਤੇ ਬ੍ਰਹਮੰਡ ਦੀਆਂ ਬਾਣੀਆਂ, ਇਹ ਵੀ ਨਹੀਂ ਸੀ ਬਣਿਆ, ਬ੍ਰਹਮੰਡ ਹੈ ਹੀ ਨਹੀਂ ਸੀ। 4 ਖਾਣੀਆਂ ਕੋਈ, ਖਾਣੀ ਨਾ ਬਾਣੀ ਪੌਣ ਨਾ, ਜਿਹੜੀ ਪਵਨ ਹਵਾ ਹੈ, ਜਿਹੜੀ ਚੱਲਦੀ ਹੈ ਸਵਾਸ ਲੈਂਦੇ, ਇਹ ਵੀ ਨਹੀਂ। ਆ ਪਾਣੀ ਜਿਹੜਾ ਛਕਦੇ ਛਕਾਉਂਦੇ ਨਾ ਛਕਣ ਵਾਲਾ ਪਾਣੀ, ਇਹ ਵੀ ਉਦੋਂ ਸਾਹਿਬ ਕਹਿੰਦੇ ਨਹੀਂ। ਓਪਤ ਖਪਤ ਨਾ ਆਵਣ ਜਾਣੇ। ਨਾ ਕੋਈ ਓਪਤ ਕਰਨ ਵਾਲਾ ਤੇ ਨਾ ਕੋਈ ਖਪਤ ਕਰਨ ਵਾਲਾ, ਨਾ ਕੋਈ ਬਣਾਉਣ ਵਾਲਾ ਤੇ ਨਾ ਕੋਈ ਢਾਉਣ ਵਾਲਾ, ਨਾ ਕੋਈ ਆਉਣ ਵਾਲਾ ਤੇ ਨਾ ਕੋਈ ਜਾਣ ਵਾਲਾ ਹੈ ਹੀ ਕੋਈ। ਆਉਣਾ ਜਾਣਾ ਵੀ ਖਤਮ ਹੈ, ਓਪਤ ਖਪਤ ਵੀ ਪਰਲੋ ਵੀ ਖਪਤ ਹੈ, ਪਰ ਓਪਤ ਖਪਤ ਵੀ ਨਹੀਂ, ਆਉਣ ਤੇ ਜਾਣ ਵਾਲੇ ਵੀ ਨਹੀਂ। ਇਸ ਪ੍ਰਕਾਰ ਸਾਹਿਬ ਕਹਿੰਦੇ ਹਨ, ਖੰਡ ਪਤਾਲ ਸਬਤ ਨਹੀਂ ਸਾਗਰ, ਨਦੀ ਨਾ ਨੀਰ ਵਾਹਿੰਦਾ। ਗੁਰਮੁਖੋ ਖੰਡ ਨਾਮ ਹਿੱਸੇ ਦਾ ਹੈ ਕਿ ਟੋਟੇ ਦਾ ਨਾਮ ਖੰਡ ਹੈ, ਤੇ ਸਾਰਾ ਹੈ ਬ੍ਰਹਮੰਡ। ਉਹਦੇ ਨੇ ਖੰਡ 9 ਖੰਡ ਟੋਟੇ, ਸਾਰੇ ਬ੍ਰਹਮੰਡ। ਉਹ ਨਾਵਾਂ ਟੋਟਾ ਨਾਵਾਂ ਖੰਡ ਸਾਡਾ ਭਾਰਤ ਖੰਡ। ਵੱਡੇ ਭਾਰੀ ਫੁੱਟਬਾਲ ਤੇ 9 ਪਿੜੀਆਂ ਪਈਆਂ ਹੋਣ, ਇਸ ਪ੍ਰਕਾਰ ਦੀ ਸ਼ਕਲ ਹੈ। ਇਸ ਨੂੰ ਬ੍ਰਹਮੰਡ ਆਂਡਾ ਵੀ, ਬੜਾ ਵੱਡਾ ਆਂਡਾ ਸੀ, ਸੁਨਹਿਰੀ ਰੰਗ ਦਾ, ਕਈਆਂ ਖਰਬਾ ਸਾਲਾਂ ਬਾਅਦ ਪੁੱਛਿਆ। ਇਹਦੇ 2 ਹਿੱਸੇ ਬਣੇ, ਬ੍ਰਹਮੰਡ ਅੰਡ ਤਾਂ ਵੀ ਕਹਿੰਦੇ।
ਉਦੋਂ ਇਹ ਬ੍ਰਹਿਮੰਡ ਵੀ ਨਹੀਂ, ਖੰਡ ਵੀ ਨਹੀਂ, ਪਤਾਲ ਜਿਸ ਸਤ ਅਤਲ ਵਿਤਲ ਲਾਤਲ ਸਾਤਲ ਸਤ ਜਿਨ੍ਹਾਂ ਦੇ ਨਾਂ ਨੇ, ਇਹ ਪਤਾਲ ਵੀ ਨਹੀਂ ਜਿਹੜੇ ਸਤ ਘੇਟਦੇ ਤੇ 14 ਖੰਡ ਬ੍ਰਹਿਮੰਡ ਪਤਾਲ ਸਭ ਨਹੀਂ ਸਾਗਰ। ਇਹ ਸਾਗਰ ਸਮੁੰਦਰ ਵੀ ਨਹੀਂ। ਕਿਸੇ ਪ੍ਰਕਾਰ ਹਜ਼ੂਰ ਦੀ ਨਦੀ 900 ਤੇ 99,000 ਦੇ ਕਰੀਬ ਨਦੀ ਜਿਹੜੀ ਚਾਰ ਤੇਰੇ ਉੱਤਰ ਕਮੇ ਨਦੀਆਂ ਅਤੇ ਵਾਹਾ ਪਵੇ ਨਾ ਜਾਣੀ ਬੰਦ ਆਹੋ ਸੁਲਤਾਨ। ਇਹ ਨਦੀਆਂ ਵੀ ਨਹੀਂ, ਇਹ ਸਾਗਰ ਸਮੁੰਦਰ ਵੀ ਨਹੀਂ, ਖੰਡ ਬ੍ਰਹਿਮੰਡ ਵੀ ਨਹੀਂ, ਨਾ ਕਦੇ ਨੀਰ ਹੀ ਵਗਦਾ, ਨਾਲੇਸ਼ਵਰ ਤੇ ਵਾਹੜੇ ਵੀ ਨਹੀਂ ਵਗਦਾ, ਕੋਈ ਵਗਾਉਣ ਵਾਲਾ ਨਹੀਂ ਹੈ ਹੀ ਨਾ ਤਦ ਸੁਰਗ ਮਚ ਪਿਆਲਾ। ਗੁਰੂ ਨਾਨਕ ਪਾਤਸ਼ਾਹ ਦੇ ਸਵਰਗਾਂ ਦੀ ਰਾਜ ਲਾਈ ਹੋਈ ਹੈ, ਜਿੱਥੇ ਇੰਦਰ ਦਾ ਕਬਜ਼ਾ ਰਾਜਾ ਹੈ, 33 ਕਰੋੜ ਦੇਵਤਾ ਉਹਦਾ ਮੁਖੀ ਹੈ। ਤਦ ਉਦੋਂ ਸੁਰਗ ਵੀ ਨਹੀਂ ਤੇ ਮੱਚ ਬਾਦਲੋਕ ਪਿਆਲਾ ਪਤਾਲ ਵੀ ਨਹੀਂ, ਪਤਾਲ ਨਹੀਂ, ਸਵਰਗ ਨਹੀਂ, ਬਾਦਲੋਕ ਤੇ ਰਹਿੰਦੇ ਕਿ ਉਦੋਂ ਕੁਝ ਵੀ ਨਹੀਂ। ਦੋਜਕ ਪਿਸਤ ਨਹੀਂ ਖੈ ਕਾਲਾ। ਦੋਜਕ ਕਹਿੰਦੇ ਨੇ ਮੁਸਲਮਾਨ ਨਰਕਾਂ ਨੂੰ, ਤੇ ਭਿਸ ਕਹਿੰਦੇ ਨੇ ਸਵਰਗਾਂ ਨੂੰ, ਆਪਣੀ ਬੋਲੀ ਹੈ ਉਹਨਾਂ। ਤੇ ਖੈ ਕਰਨ ਵਾਲਾ ਕਾਲ, ਅਜਰਾਈਲ ਜਬਰਾਈਲ ਵੱਖਰੇ ਵੱਖਰੇ ਫੇਸ ਤੇ ਬਣੀ। ਉਹ ਕਾਲ ਕਰਨ ਵਾਲਾ, ਖੈ ਕਰਨ ਵਾਲਾ, ਨਾਸ਼ ਕਰਨ। ਕੋਈ ਇਹੋ ਜਿਹਾ ਭਾਵ ਰਿਸ਼ਤਾ ਵੀ ਨਹੀਂ ਬਣਿਆ, ਨਹੀਂ ਨਰਕ ਸੁਰਗ ਬਣਿਆ, ਉਦੋਂ ਕੁਛ ਵੀ ਨਹੀਂ ਸੀ। ਨਰਕ ਸੁਰਗ ਨਹੀਂ ਜੰਮਣ ਮਰਨਾ, ਨਾ ਕੋ ਆਏ ਨਾ ਜਾਏਗਾ। ਭਿਸ ਦੋਜਕ ਤੇ ਮੁਸਲਮਾਨਾਂ ਨੂੰ ਦੱਸ ਦਿੱਤਾ, ਤੇ ਨਰਕ ਸੁਰਗ ਸਾਨੂੰ ਦੱਸ ਦਿੱਤਾ ਹੈ। ਕੋਈ ਨਰਕ ਨਹੀਂ ਬਣਿਆ, ਪਾਪੀ ਕੋਈ ਨਹੀਂ, ਨਰਕਾਂ ਦੀ ਲੋੜ ਹੀ ਨਹੀਂ। ਚੋਰ ਠੱਗ ਡਾਕੂ ਪੈਦਾ ਹੋਏ, ਪੁਲਿਸ ਮਹਿਕਮੇ ਕਚਹਿਰੀਆਂ ਬਣੀਆਂ ਤੇ ਜੇਲਾਂ ਵੀ ਬਣਾਉਣੀਆਂ ਪੈ। ਬੰਦ ਕਿੱਥੇ ਕਰ। ਇਸ ਪ੍ਰਕਾਰ ਪਾਪ ਕਰਨ ਵਾਲੇ ਪਾਪੀ, ਮਨਾਈਆਂ ਕਰਨ ਵਾਲੇ ਚੋਰ ਠੱਗ ਪੈਦਾ ਹੋਏ। ਭਗਵਾਨ ਨੂੰ ਮਹਾਰਾਜ ਸਾਹਿਬ ਨੂੰ ਨਰਕ ਬਣਾਉਣੇ ਪਏ। ਅੱਗੇ ਦੋਜਕ ਤਪਿਆ ਭੁੱਲ ਪਵੇਗਾ। ਇਕਨਾਂ ਨੂੰ ਸਭ ਸੋਝੀ ਇੱਕ ਫਿਰਦੇ ਵੇ ਪ੍ਰਵਾਹ। ਇਸ ਪ੍ਰਕਾਰ ਨਰਕ ਵੀ ਨਹੀਂ ਤੇ ਸਵਰਗ ਵੀ ਨਹੀਂ। ਸਵਰਗਾਂ 'ਚ ਵੀ ਦੁਨੀਆ ਤੇ ਆਉਣਾ, ਨਰਕਾਂ 'ਚੋਂ ਵੀ। ਸੋ ਨਹੀਂ ਜੰਮਣ ਤੇ ਨਹੀਂ ਮਰਨਾ। ਜਨਮ ਵੀ ਕਿਸੇ ਦਾ ਨਹੀਂ ਹੁੰਦਾ, ਮਗਰੋਂ ਮਰਨ ਦੀ ਵਾਰੀ ਵੀ ਨਹੀਂ ਆਉਂਦੀ। ਨਰਕ ਸੁਰਗ ਨਹੀਂ ਜੰਮਣ ਮਰਨਾ, ਨਾ ਕੋ ਆਏ ਨਾ ਜਾਏਂਦਾ। ਨਾ ਹੀ ਕੋਈ ਆਉਂਦਾ ਤੇ ਨਹੀਂ ਕੋਈ ਜਾਂਦਾ, ਨਹੀਂ ਕੋਈ ਜੰਮਦਾ ਤੇ ਨਹੀਂ ਕੋਈ ਮਰਦਾ, ਨਹੀਂ ਕੋਈ ਸਵਰਗ ਤੇ ਨਹੀਂ ਨਰਕ, ਨਹੀਂ ਭਿਸਤ ਤੇ ਨਹੀਂ ਦੋਜਕ। ਇਸ ਪ੍ਰਕਾਰ ਸਾਹਿਬ ਕਹਿੰਦੇ ਹਨ, ਬ੍ਰਹਮਾ ਵਿਸ਼ਨੂੰ ਮਹੇਸ਼ ਨਾ ਕੋਈ। ਉਸ ਮੌਕਾ ਵਿਸ਼ਨੂੰ ਵੀ ਨਹੀਂ ਪੈਦਾ ਹੋਇਆ, ਤੇ ਉਹਦੀ ਨਾਭ ਤੋਂ ਕਵਲ ਫੁੱਲ ਤੋਂ ਬ੍ਰਹਮਾ ਵੀ ਨਹੀਂ ਅਜੇ ਨਹੀਂ ਪੈਦਾ। ਬ੍ਰਹਮਾ ਵਿਸ਼ਨੂੰ ਮਹੇਸ਼ ਸ਼ਿਵ ਜੀ ਵੀ ਨਹੀਂ ਬਣੇ ਸਹਾਇਤਾ ਕਰਨ। ਇੱਕ ਦੀ ਡਿਊਟੀ ਲਾਈ ਹੈ, ਤੂੰ ਘਾਟ ਘੜਨੀ ਹੈ, ਜਾਂਚੇ ਦੁਆਰੇ ਬ੍ਰਹਮਾ ਚੱਤਰ ਮੁਖ ਡਾਵੜਾ। ਕਿਸੇ ਜੀਵ ਨੂੰ ਵਸਤੂ ਨੂੰ ਡੋਲ ਰੱਖ ਤੇ ਸਵਾਰਨਾ, ਫਿਰ ਵਡਾਉਣਾ, ਫਿਰ ਉਹਦੀ ਪਾਲਣਾ ਕਰਨੀ, ਰਾਖੀ ਕਰਨੀ, ਸਹਾਇਤਾ ਕਰਨੀ। ਉਹ ਵਿਸ਼ਨੂੰ ਦੀ ਤੇ ਮਹੇਸ਼ ਸ਼ਿਵ ਜੀ ਲੈਤਾ ਸੰਘਾਰ ਕਰਨੀ। ਇਸ ਪ੍ਰਕਾਰ ਇਹ ਸ਼ਿਵ ਜੀ ਵੀ ਨਹੀਂ ਬ੍ਰਹਮਾ, ਨਹੀਂ ਵਿਸ਼ਨੂੰ ਤੇ ਨਹੀਂ ਸ਼ਿਵ ਜੀ। ਉਸ ਮੌਕਾ ਕੁਛ ਹੈ ਹੀ ਨਹੀਂ। ਅਵਰ ਨਾ ਦਿਸਾ ਏਕੋ ਸੋਏ। ਧੰਨ ਗੁਰੂ ਨਾਨਕ ਪਾਤਸ਼ਾਹ ਸਾਹਿਬ ਗੁਰੂ ਗ੍ਰੰਥ ਸਾਹਿਬ ਰੂਪ ਹੋ ਕੇ ਸਾਨੂੰ ਜਨਾ ਰਹੇ ਹਨ। ਅਵਰ ਨਾ ਏਕੋ ਸੋਈ, ਕੋਈ ਨਹੀਂ ਦਿਸਦਾ, ਪਰ ਹੈ ਕੌਣ ਸੋਈ ਪਰਮੇਸ਼ਰ ਅਕਾਲ। ਤਾਂ ਕਰਕੇ ਮਹਾਰਾਜ ਸਾਹਿਬ ਨੇ ਆਪਣੇ ਸਿੱਖਾਂ ਨੂੰ ਜਗਤ ਅਕਾਲ ਪੁਰਖ ਦੇ ਪੁਜਾਰੀ ਬਣਾਇਆ। ਦੇਵੀ ਦੇਵਤੇ ਦੇ ਨਹੀਂ, ਬੰਦਿਆਂ ਦੇ ਨਹੀਂ ਬਣਾਇਆ। ਜਿਹੜਾ ਸਦਾ ਰਹਿਣ ਵਾਲਾ, ਨਹੀਂ ਜੰਮਣ ਮਰਨ ਵਾਲਾ, ਨਹੀਂ ਬੁੱਧਣ ਕੱਟਣ ਵਾਲਾ, ਨਹੀਂ ਆਉਣ ਜਾਣ ਵਾਲਾ, ਉਸ ਨੂੰ ਪੂਜੋ, ਉਸ ਨੂੰ ਮੰਨੋ। ਇਹੀ ਇਸ਼ਾਰਾ ਭਗਤ ਕਬੀਰ ਜੀ ਦਾ। ਸੰਕਟ ਨਹੀਂ ਪਰੇ ਹਰ ਕੋਈ, ਸੰਕਟਾਂ ਨੂੰ ਬਚਣਾ ਚਾਹੁੰਦਾ। ਸੰਕਟ ਨਹੀਂ ਪੈਣਗੇ, ਦੁੱਖ ਨਹੀਂ ਆਉਣ। ਸੰਕਟ ਨਹੀਂ ਪਰੇ ਜੋਨ ਨਹੀਂ ਆਵੇ, 84 ਜੂਨਾਂ 'ਚ ਵੀ ਨਹੀਂ ਆਵੇਗਾ। ਤੋ ਜਾਕੋ ਨਾਮ ਨਿਰੰਜਨ, ਨਾਮ ਨਿਰੰਜਨ ਜਾਕੋ ਨਿਰੰਜਨ ਸੁਧ ਕਾਲਕ ਤੋਂ ਰਹਿਤ, ਜਿਹਦੇ ਕੋਲ ਨਾਮ ਅਕਾਲ ਪੁਰਖ। ਤੋ ਸੰਕਟ ਨਹੀਂ ਪੈਣਗੇ, ਉਹ ਜੰਮੂ ਮਰੂ। ਸੰਕਟ ਨਹੀਂ ਪਰੇ ਜੋਨ ਨਹੀਂ ਆਵੇ, ਨਾਮ ਨਿਰੰਜਨ ਜਾਕੋ ਰੇ। ਕਬੀਰ ਕੋ ਠਾਕੁਰ ਐਸੋ ਸਵਾਮੀ ਜਾਕੇ ਆਈ ਨਾ ਬਾਪ। ਨਹੀਂ ਉਹਦੀ ਕੋਈ ਮਾਤਾ ਜਨਮ ਦੇਣ ਵਾਲੀ, ਨਹੀਂ ਉਹਦਾ ਕੋਈ ਬਾਪ, ਨਹੀਂ ਜਾਤ, ਨਹੀਂ ਕੁਲ,
ਨਹੀਂ ਬਦਲ ਕੱਢਣ ਵਾਲਾ, ਜਿਹੜਾ ਉਹਦਾ ਨਾਮ ਜਪੋ ਕਾਲ ਪੁਰਖ ਦਾ ਪੁਜਾਰੀ ਬਣੂ। ਉਹ ਜੰਮੂ ਵੀ ਨਹੀਂ, ਉਹ ਮਰੂ ਵੀ ਨਹੀਂ, ਸੰਕਟ ਨਹੀਂ ਆਊ, ਦੁੱਖ ਵੀ ਨਹੀਂ। ਇਸ਼ਾਰਾ ਹੈ ਇੱਕੋ ਪੰਥ ਯਾਦ ਰਹਿ ਜੇ, ਏਕਤਾ ਹੋ ਜਾਂਦੀ ਹੈ, ਬਹੁਤ ਆਪਣਾ ਮੁੱਕ ਜਾਂਦਾ ਹੈ। ਅਵਰ ਨਾ ਦਿਸੇ ਹੋਰ ਕੋਈ ਹੈ ਹੀ ਨਹੀਂ ਪਰਮੇਸ਼ਰ ਤੋਂ ਬਿਨਾ। ਅਵਰ ਨਾ ਦਿਸਾ ਏਕੋ ਸੋਈ, ਇੱਕੋ ਇੱਕ ਸੋਈ ਪਰਮੇਸ਼ਰ ਮਾਲਕ ਆਪ ਹੀ। ਨਾਰ ਪੁਰਖ ਨਹੀਂ ਜਾਤ, ਨਾ ਜਨਮਾ ਨਾ ਕੋ ਦੁਖ ਸੋ ਪਾਏਂਦਾ। ਗੁਰੂ ਨਾਨਕ ਪਾਤਸ਼ਾਹ ਜੀ ਜਣਾਉਂਦੇ ਹਨ, ਨਾਰ ਤੇ ਪੁਰਖ, ਮਰਦ ਤੇ ਜਨਾਨੀਆਂ, ਬੀਬੀਆਂ ਆਦਿ ਇਹ ਵੀ ਨਹੀਂ। ਨਾਰੀ ਕੌਣ ਵਾਸ ਨਰ ਮਾਦਾ ਹੀ ਬਣਾਏ ਹਰ ਵਸ। ਗੁਰਮੁਖੋ ਸਾਜ ਵੱਜਦੇ ਨੇ ਨਰ ਮਾਦਾ ਤੇ ਰਾਗ ਪੈਦਾ, ਬੱਤੀ ਜਗਦੀ ਹੈ ਨਰ ਮਾਦਾ, ਰੁੱਖਾਂ ਨੂੰ ਫਲ ਪੈਦਾ ਹੁੰਦੇ ਨੇ ਨਰ ਮਾਦਾ। ਹਰ ਥਾਂ ਤੇ ਰੱਬ ਨੇ ਬਣਾਈ ਚਲਾਈ ਐਵੇਂ। ਉਦੋਂ ਕੋਈ ਨਹੀਂ ਨਾਰ, ਨਹੀਂ ਨਰ ਮਾਦਾ, ਨਹੀਂ ਨਾਰਦ, ਨਹੀਂ ਕੋਈ ਪੁਰਖ ਬੰਦਾ, ਨਹੀਂ ਕੋਈ ਜਾਤ, ਨਹੀਂ ਕੋਈ ਜੋਨੀ, ਨਾ ਕੋਈ ਜਨਮ ਹੈ। ਨਾਰ ਨਾ ਪੁਰਖ, ਨਾ ਜਾਤ, ਨਾ ਜਨਮ, ਨਾ ਕੋ ਦੁੱਖ ਸੁਖ ਪਾਈ, ਨਹੀਂ ਕੋਈ ਦੁੱਖ ਤੇ ਨਹੀਂ ਕੋਈ ਸੁਖ, ਨਹੀਂ ਕੋਈ ਪਾਉਂਦਾ। ਇਸ ਪ੍ਰਕਾਰ ਆਪ ਜੀ ਜਣਾਉਂਦੇ ਹਨ, ਨਾ ਤਦ ਜਤੇ ਸਤੇ ਵਨ ਵਾਸੇ, ਨਾ ਤਦ ਉਸ ਮੌਕਾ ਜਟ। ਗਿਣਤੀ 6 ਤੇ ਬੇਅੰਤ ਹੋਰ ਮਹਾਤਮਾ ਪਿਆਰੇ। ਸਤੀ ਸਤਵੰਤੀਆਂ ਦਾ ਸਤ ਪ੍ਰਵਤੀ ਝੂਠ ਨਾ ਬੋਲਣ, ਘਰ ਬਾਹਰ ਛੱਡ ਕੇ ਬਨਵਾਸੀ ਜੰਗਲਾਂ 'ਚ ਰਹਿਣ ਵਾਲੇ। ਜੰਗਲੀ ਕੋਈ ਨਹੀਂ, ਬਨਵਾਸੀ ਕੋਈ ਨਹੀਂ, ਜੱਤੀ ਵੀ ਕੋਈ ਨਹੀਂ, ਜੀ ਵੀ ਕੋਈ ਨਹੀਂ। ਉਸ ਮੌਕਾ ਕੁਛ ਵੀ ਨਹੀਂ। ਨਾ ਤਦ ਸਿੱਧ ਸਾਧਕ ਸੁਖ ਵਾਸੇ, ਨਾ ਤਦ ਉਸ ਮੌਕਾ ਸਾਧਕਾਂ ਦੇ ਸਾਧਨ ਵਾਲੇ 84 ਕਿਸੇ ਤੇ ਬੇਅੰਤ ਉਹਨਾਂ ਦੀ ਹੋਰ ਬਰਾਤ ਤੇ ਸੁੱਖਾਂ 'ਚ ਵਸਣ ਵਾਲੇ ਸੁਖ ਵਾਸ। ਹੈ ਤਾਂ ਸੁਖੀ ਕੋਈ ਵੀ, ਜੋ ਦਿੱਤੇ ਸੋ ਰੋਗ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਕੋਈ ਸੁਖੀ ਨਹੀਂ ਨਾਨਕ ਦੁਖੀਆ ਸਭ। ਹੰਸਰ ਦਾਨ ਦੇ ਇੰਦਰ ਰਵਾਇਆ, ਪਰਸਰਾਮ ਰੋਵੇ ਘਰ ਆਇਆ। ਅਜੇ ਸਰੋਵੇ ਭਿਖਿਆ ਖਾਏ, ਐਸੀ ਦਰਗਹ ਮਿਲੇ ਸਜਾਏ। ਰੋਵੇ ਰਾਮ ਨਿਕਾਲਾ ਭਇਆ, ਤੋ ਸੀਤਾ ਲਖਮਣ ਵਿਛੜ ਗਿਆ। ਰੋਵੇ ਦਹਿਸ ਰੰਗ ਪਵਾਏ, ਜਿਨ ਸੀਤਾ ਆਂਦੀ ਡੌਰੂ ਵਾਏ। ਰੋਵੇ ਪਾਂਡਵ ਭਏ ਮਜੂਰ, ਜਿਨ ਕੇ ਸਵਾਮੀ ਦੈਦ। ਰੋਵੇ ਜਨ ਮੇਜਾ ਖੋਏ ਗਿਆ, ਇੱਕ ਹੀ ਕਾਰਨ ਪਾਪੀ। ਰੋਵੇ ਸੇਖ ਮਸਾਇਕ ਚਿਰ ਅੰਤਕਾਲ ਮਤ ਲਾਗੇ ਭੀੜ। ਰੋਵੇ ਰਾਜੇ ਕੰਨ ਪਿੜਾਏ, ਘਰ ਘਰ ਮੰਗੇ ਪੈ ਜਾਏ। ਰੋਵੇ ਕਿਰਪਨ ਸੰਚੇ ਧਨ, ਪੰਡਤ ਰੋਵੇ ਗਿਆਨ ਗਵਾਏ। ਕਾਲੀ ਰੋਵੇ ਨਾਹੀ ਪ੍ਰਧਾਰ, ਨਾਨਕ ਦੁਖੀਆ ਸਭ। ਹੈ ਕੌਣ ਮੰਨੇ ਨਾਉ ਸੋਈ ਜਨ ਜਾਏ। ਔਰੀ ਕਰਮ ਨਾ ਲਿਖੇ ਪਾਏ, ਨਾਮ ਜਪਿਆ ਨਾਮ। ਉਹ ਜਿੱਤ ਕੇ ਜਾਊ, ਹਾਰ ਕੇ ਨਹੀਂ। ਉਹ ਸੁਖ, ਉਹ ਦੁਖੀ ਨਾ ਹੋ। ਸਾਰੇ ਸ਼ਬਦ ਦੇ ਅਰਥ ਤੇ ਬੇਅੰਤ ਨੇ, ਲੰਬੇ ਚੌੜੀਆਂ ਸਾਖੀਆਂ ਨੇ। ਇੱਕ ਕਰ ਕੇ ਪਾਲੀ ਰੋਵੇ ਨਾਹੇ ਪਤਾ। ਕਾਲੀ ਇਸਤਰੀ ਹੈ ਤੇ ਰੋਂਦੀ ਹੈ, ਉਹਦਾ ਪਤੀ ਪਤਾ ਕੋਈ ਨਹੀਂ ਭਜਦਾ, ਪਤੀ ਕੋਈ ਨਹੀਂ। ਤੋਂ ਜਦੋਂ ਲਾਵਾਂ ਹੁੰਦੀਆਂ, ਵਿਆਹ ਹੁੰਦਾ ਕਿਸੇ ਕਾਰ ਦੇ ਨਾਲ, ਉਦੋਂ ਹੀ ਪਤੀ ਕਰ ਕਰਕੇ ਨਹੀਂ ਚਾਹੁੰਦਾ ਕੋਈ। ਜੰਗਲ ਰੋਂਦੀ ਫਿਰਦੀ। ਤੋਤੀ ਤੇ ਤੋਤੇ ਨੂੰ ਗਿਆਨ ਪਿਛਲੇ ਜਨਮ ਦਾ, ਉਹਨਾਂ ਦੱਸਿਆ ਵੀ ਰੋਂਦੀ। ਇਹ ਜਿਹੜੇ ਮਰੇ ਨੇ ਸਾਰੇ ਤੇਰੇ ਪਤੀ। ਭਗਵਾਨ ਦੀ ਪਾਪ ਸੀ, ਤੈਨੂੰ ਵਿਆਹ ਸੀ, ਤੂੰ ਬਦ ਚਲਣ ਹੋ ਗਈ। ਪਤੀ ਨੂੰ ਘਰੋਂ ਕੱਢਿਆ, ਆਪਣਾ ਪਤੀ ਮਾਰਿਆ, ਦੂਜਿਆਂ ਦੇ ਪਤੀ ਪਰਵਾਏ, ਨਾਲ ਹੋਰ ਲੜਾਈਆਂ। ਰਾਜੀ ਮੈਂ ਤੂੰ ਮਨ ਆਈਆਂ ਕਰਦੀ ਰਹੀ, ਉਹ ਸਜ਼ਾ ਦੇ। ਇੱਕ ਪੰਕਾਰ ਯਾਦ ਰੱਖ ਤੋ, ਤੂੰ ਬੜਾ ਖੁਸ਼ ਹੈ। ਹੁਣ ਸਾਡੀਆਂ ਬੱਚੀਆਂ ਜਾਂ ਹੋਰ ਬਰਾਦਰੀ ਕਰਦੀ ਤਾਂ ਪਾਉਣਾ ਪਊ, ਫਿਰ ਜਨਮ ਨਹੀਂ ਮਿਲਣਾ। ਇਸ ਪ੍ਰਕਾਰ ਇਹੋ ਜਿਹੇ ਦੁੱਖਾਂ ਤੋਂ ਬਚਣ ਲਈ ਮੰਨੀ ਨਾਮ ਜਪੋ, ਨਾਮ ਸਿਰਫ ਜਿੱਤ ਕੇ ਜਾਓਗੇ, ਹਾਰ ਕੇ ਨਹੀਂ। ਨਾ ਤਦ ਭਾਵ ਉਸ ਮੌਕਾ ਨਾਰ ਤੇ ਨਾ ਪੁਰਖ, ਨਾ ਜਤੀ ਤੇ ਨਾ ਕੋਈ ਜੰਮਦਾ ਤੇ ਨਾ ਕੋਈ ਮਰਦਾ। ਤੋ ਨਾ ਤਾਂ ਜਤੀ ਸੱਚੀ ਬਨ ਵਾਸੀ, ਨਾ ਤਦ ਸਿੱਧ ਸਾਧਕ ਸੁਖਾਂ ਦਾ ਵਾਸੀ ਵੀ ਕੋਈ, ਨਰਕਾਂ ਦਾ ਵਾਸੀ ਵੀ ਕੋਈ। ਇਸ ਪ੍ਰਕਾਰ ਹਜ਼ੂਰ ਸਮਝਾਉਂਦੇ ਹਨ।
ਜੋਗੀ ਜੰਗਮ ਭੇਖ ਨਾ ਕੋਈ, ਨਾ ਕੋ ਨਾਦ ਕਹਾਏਦਾ। ਜਿਹੜੇ ਜੋਗੀ ਲੋਕ ਨੇ, ਕੰਨ ਪਾਟੇ, ਮੁੰਦਰਾਂ ਪਾਉਣ ਵਾਲੇ, ਜੜਾਵਾਂ ਬਣਾਉਣ ਵਾਲੇ, ਤੇ ਜੰਗਮ ਸਿਰ ਤੇ ਟੋਪੀਆਂ ਬੋਤੀਆਂ ਜਿਹੀਆਂ ਰੱਖੀਆਂ ਹੁੰਦੀਆਂ ਤੇ ਚੱਲੀਆਂ ਵਜਾਉਂਦੇ ਨੇ ਤੇ ਸ਼ਿਵਾਂ ਦਾ ਵਿਆਹ ਗਾਉਂਦੇ, ਉਹਨਾਂ ਨੂੰ ਜੰਗਮ ਕਹਿੰਦੇ। ਇਸ ਪ੍ਰਕਾਰ ਇਹ ਜੋਗੀਆਂ ਦੇ, ਜੰਗਮਾਂ ਦੀ, ਸੰਨਿਆਸੀਆਂ ਤੇ ਵਿਰਾਗੀਆਂ ਤੇ ਸੇਵੜੀਆਂ ਦੀ ਵੱਖਰੀਆਂ ਵੱਖਰੀਆਂ ਕਿਸਮਾਂ ਨੇ। 12 ਮਹਿ ਜੋਗੀ ਭਰਮਾਏ, ਸੰਨਿਆਸੀ 6-4, 6 ਤੇ 4 ਸੰਨਿਆਸੀਆਂ ਦੇ ਮਜਬ ਨੇ ਬਾਣੀ ਦੀ ਭਗਤ, ਤੇ 12 ਪੰਥ ਜੋਗੀਆਂ ਦੇ। ਉਦੋਂ ਜੋਗੀ ਵੀ ਕੋਈ ਨਹੀਂ, ਜੰਗਮ ਵੀ ਕੋਈ ਨਹੀਂ, ਤੇ ਭੇਖ ਲਿਬਾਸ ਜਿਹੜਾ ਬਣਾਇਆ ਹੁੰਦਾ ਬਹੁ ਰੂਪੀਆਂ ਦੀ ਤਰ੍ਹਾਂ ਉਹ ਵੀ ਕੋਈ ਨਹੀਂ। ਨਾ ਕੋ ਨਾਥ ਕਹਾਏ ਦਾ ਨਾਥ, ਕੰਨ ਪਾਟੇ, ਚਿੱਪੀ ਹੱਥ ਪਕੜ ਕੇ ਮੰਗ ਕੇ ਖਾਣ ਵਾਲੇ, ਦੁੱਧ ਤੇ ਮੱਖਣੀ ਸ਼ਾਮ, ਉਹ ਵੀ ਕੋਈ ਨਹੀਂ। ਨਾਥ ਮਾਲਕ ਹੋਣਾ ਜਾਂ ਨਾਥ ਭਾਵ ਆਪਣੇ ਆਪ ਨੂੰ ਸਾਧ। ਇੱਕ ਨਿਰਾਹਾਰ ਵਰਤੀ ਆਪਰਸਾ ਦੇਵੇ ਕਰਤਾ, ਧਾਰਨਾ ਕਿਨੀ ਕਹਾਇਆ, ਸਭ ਕਹਤੇ ਹੈ ਪਾਇਆ। ਅਸੀਂ ਨਿਰਾਹਾਰ ਰਹਿੰਦੇ ਹਾਂ ਜੀ, ਖਾਂਦੇ ਆਪਰਸਾ ਦੇ ਨਾਲ ਸੌਂਦੇ ਨੇ। ਅਸੀਂ ਕਿਸੇ ਨੂੰ ਦਰਸ਼ਨ ਨਹੀਂ ਦਿੰਦੇ, ਮੂੰਹ ਨਹੀਂ ਵਿਖਾਉਂਦੇ, ਕਿਸੇ ਦਾ ਵੇਖਦੇ ਨੇ। ਵੱਖਰੀਆਂ ਵੱਖਰੀਆਂ ਮੱਤਾਂ ਜਾਣ, ਸਾਰਿਆਂ ਦੇ ਹਵਾਲੇ ਸਾਹਿਬਾਂ ਬਾਣੀ ਦੀ ਦੇ ਦਿੱਤੀ। ਜੋਗੀ ਵੀ ਕੋਈ ਨਹੀਂ, ਜੰਗਮ ਵੀ ਕੋਈ ਨਹੀਂ, ਨਾਥ ਵੀ ਕੋਈ ਨਹੀਂ, ਭੇਖ ਵੀ ਕੋਈ ਨਹੀਂ, ਸੁਰਗ ਵੀ ਕੋਈ ਨਹੀਂ, ਨਰਕ ਵੀ ਕੋਈ ਨਹੀਂ, ਬ੍ਰਹਮਾ ਵਿਸ਼ਨੂੰ ਵੀ ਕੋਈ ਨਹੀਂ, ਚਤੁਰਮਾਰਗ ਵੀ ਕੋਈ ਨਹੀਂ। ਅਸੀਂ ਪੁਜਾਰੀ ਕਿਤੇ ਬਣੀ, ਉਹ ਸਤਾਲ ਤਾਂ ਸਦਾ ਰਹਿਣ ਤੇ ਬਖਸ਼ਾ ਕਰਨ ਵਾਲਾ ਹੈ। ਇਸ ਪ੍ਰਕਾਰ ਕਹਿੰਦੇ ਹਨ, ਖਬਰ ਨਾ ਤਦ ਜਤੀ ਸਤੀ ਵਨਵਾਸੀ, ਨਾ ਤਦ ਸਿਧ ਸਾਧ ਸੁਖ ਵਾਕੀ। ਜੋਗੀ ਜੰਗਮ ਭੇਖ ਨਾ ਕੋਈ, ਨਾ ਕੋ ਨਾਥ ਕਹਾਏਦਾ। ਜਪ ਤਪ ਸੰਜਮ ਨਾਮ ਬ੍ਰਤ ਪੂਜਾ। ਕਹਿੰਦੇ ਜਪ ਕਰਨਾ ਕਿਸੇ ਮੰਤਰ ਦਾ, ਕੋਈ ਮਾਲਾ ਲੈ ਕੇ ਕਿਸੇ ਹੋਰ ਸਾਧਨਾ ਨਾਲ ਤਪ ਕਰਨਾ। 4 ਧੂਣੀਆਂ ਤਾ ਲੈਣੀਆਂ ਜੇਠ ਦੇ ਬਹੁਤੀ ਤਪ, 5ਵਾਂ ਸਿਰ ਤੇ ਸੂਰਜ ਕਸਰ ਲਾ ਕੇ ਵਿਚਾਲੇ ਬਹਿ ਜਾਣਾ। ਮੰਤਰਾਂ ਦੇ ਬਲ ਨਾਲ ਉਹ ਸਰੀਰ ਸਾਂਭ ਲੈਂਦੇ ਨੇ, ਲਾਗੇ ਲਾਗੇ ਰੁੱਖ ਟੁੱਕ ਜਾਂਦੇ, ਟੇਕਣਾ। ਇਹਦਾ ਤਾਪ ਕਰਨਾ ਧੂਣੀਆਂ ਤੋਂ, ਤੇ 100 ਘੜਾ ਪਾਣੀ ਦਾ ਭਰ ਕੇ ਸਿਆਲ ਦੀ ਰੁੱਤ ਵਿੱਚ ਬਾਹਰ ਰੱਖਣਾ, ਬਹੁਤਾ ਟਰ ਸਵੇਰੇ ਸਿਰ 'ਚ ਪਾਉਣਾ। ਕੁਸਤੇ ਇਹੋ ਜਿਹੇ ਖਾਣੀ, ਦਵਾਈਆਂ ਇਹੋ ਜਿਹੀਆਂ ਮਲਣੀ, ਉਹ ਪਾਉਣ ਤੋਂ ਬਿਨਾਂ ਬਾਝ ਹੀ ਨਹੀਂ ਸਕਦੇ। ਜਪ ਵੀ ਕੋਈ ਨਹੀਂ, ਇਹੋ ਜਿਹਾ ਤਾਪ ਵੀ ਕੋਈ ਨਹੀਂ, ਜਲ ਧਾਰੇ ਵੀ ਨਹੀਂ, ਲੜਕਣਾ ਵੀ ਸੰਜਮ। ਸਰੀਰ ਇੰਦਰੀਆਂ ਦਾ ਇਸ ਪ੍ਰਕਾਰ ਸੰਜਮ ਰੱਖ, ਗਲਤ ਬੋਲਣਾ ਨਹੀਂ, ਸੁਣਨਾ ਨਹੀਂ, ਦੇਖਣਾ ਨਹੀਂ, ਪਰ ਉਹ ਵਰਤ ਰੱਖ। ਜਿਹੜੇ ਗਿਣਤੀ ਦੇ ਬਹੁਤ ਨੇ, ਤੂੰ ਮਤਲਬ ਇੱਕ ਕਰਵਾ ਚੌਥ ਦਾ ਵਰਤ ਆਉਂਦਾ ਹੈ, ਸ਼ਿਵਰਾਤਰੀ ਦਾ 2 ਹੋ ਗਏ, ਕ੍ਰਿਸ਼ਨ ਜਨਮਾਸ਼ਟਮੀ ਦਾ 2, ਇਸ ਪ੍ਰਕਾਰ 3 ਹੋ ਗਏ, ਤੇ ਰਾਮ ਨਵਮੀ ਦਾ 4 ਹੋ ਗਏ। ਇਸ ਪ੍ਰਕਾਰ ਪਾਵਨ ਦਵਾਦਸ਼ 10 ਤੇ 2 12, ਪਾਵਨ ਦੇ ਨਾਮ ਤੇ ਇਹ 5, ਤੇ ਨਾਰਸੰਗ 14 ਇਹ 6 ਹੋ। ਤੇ ਸਾਲ ਵਿੱਚ 24 ਆਉਂਦੀਆਂ ਕਾਦਸ, ਇਹ ਭਾਵ ਤੇ 24 ਇਹ ਹੋ ਗਈਆਂ, ਇਹ ਵਰਤ। ਇਸੇ ਪ੍ਰਕਾਰ 28 ਮਹੀਨਾ ਰਮਜ਼ਾਨ ਦਾ ਰੋਜ਼ੇ ਇਹ ਹੋ ਗਏ। ਸਿੱਖੀ ਮਤ ਵਾਲਿਆਂ ਦਾ ਕੋਈ ਵਰਤ ਨਹੀਂ, ਸਦਾ ਹੀ ਸੰਜਮ ਦਾ ਛਕੋ, ਸਦਾ ਸੰਜਮ ਦਾ ਬੋਲੋ। ਇਸ ਪ੍ਰਕਾਰ ਸੱਚਾ ਤੇ ਮਿੱਠਾ ਬੋਲੋ ਤੇ ਫਿਰ ਕੇ ਚੱਲੋ। ਇਹ ਨਹੀਂ ਵੀ ਵਰਤ ਰੱਖਣ ਪਹਿਲਾਂ ਵੀ ਜ਼ਿਆਦਾ ਖਾਓ, ਜਿਹੜੇ ਕੁਝ ਨਾ ਖਾਓ ਤੇ ਵਰਤ ਤੋਂ ਬਾਅਦ ਵੀ ਜ਼ਿਆਦਾ ਕੀ ਲੋੜ ਹੈ ਬਿਮਾਰ ਹੋਣ। ਇਹ ਵੀ ਹੀ ਇਸ ਪ੍ਰਕਾਰ ਨਾ ਕੋਈ ਜਪ ਹੈ, ਨਾ ਕੋਈ ਤਪ ਹੈ, ਨਾ ਕੋਈ ਸੰਜਮ ਹੈ, ਨਾ ਕੋਈ ਵਰਤ ਹੈ, ਤੇ ਨਾ ਕੋਈ ਕਿਸੇ ਜਾਤ ਦੀ ਪੂਜਾ ਹੀ ਕਰਦਾ, ਮੂਰਤੀ ਯਾਦ ਹੈ ਹੀ ਕੋਈ। ਇਸ ਪ੍ਰਕਾਰ ਆਪ ਜੀ ਕਹਿੰਦੇ ਹਨ, ਨਾ ਕੋ ਆਖ ਵਖਾਣੇ ਦੂਜਾ। ਨਾ ਕੋਈ ਕਿਸੇ ਨੂੰ ਕੁਛ ਆਖਦਾ ਹੈ, ਤੇ ਨਾ ਵਖਾਣੇ ਕਥਨ ਕਰਦਾ। ਇਹ ਦੂਜਾ ਹੈ ਹੀ ਕੋਈ ਨਹੀਂ, ਇਕੱਲਾ ਆਪ ਹੀ ਪਰਮੇਸ਼ਰ ਨਿਰੰਕਾਰ ਹੈ। ਆਪੇ ਆਪ ਪਾਏ ਵਿਗਸਨ, ਆਪੇ ਕੀਮਤ ਪਾਏਂਦਾ। ਆਪਣੇ ਆਪ ਨੂੰ ਆਪ ਪੈਦਾ ਕਰਕੇ, ਸਿੱਧ ਪਾਏ ਬਣਾ ਕੇ, ਪਰਲੋ ਕਰਕੇ ਪਾ ਕੇ ਵਿਗਸਿਆ ਪ੍ਰਸੰਨ ਹੋ। ਆਪਣੀ ਕੀਮਤ ਨੂੰ ਆਪ ਹੀ ਪਾਉਣ ਵਾਲਾ ਹੈ। ਨਾ ਸੁਚ ਸੰਜਮ ਤੁਲਸੀ ਮਾਲਾ। ਕਹਿੰਦੇ ਸੋਚ ਰੱਖਣੀ, ਕਰਮ ਕਾਢੀਆਂ ਦੀ, ਨਹਾਤਾ ਧੋਤੀ ਹਾਥੀ ਮਾਂਜੀ ਜਾਣੇ, ਕਿਤਨਾ ਛੋੜਾ ਨਹੀਂ ਲੱਗਣਾ ਨਹੀਂ।
ਬੜੇ ਸੋਧੀ ਤੇ ਸੰਜਮ ਰੱਖਣੇ ਬਹੁਤ ਜ਼ਿਆਦਾ। ਤੁਲਸੀ ਲੈ ਕੇ ਤੁਲਸੀ ਦੀ ਮਾਲਾ, ਤੁਲਸੀ ਪੂਜਾ, ਤੁਲਸੀ ਦੀ ਮਾਲਾ ਆਦਿ ਫੇਰਨੀ। ਜਲੰਧਰ ਦੈਂਤ ਦਾ ਰੂਪ ਧਾਰ ਕੇ ਵਿਸ਼ਨੂੰ ਭਗਵਾਨ ਨੇ ਬ੍ਰਿੰਦਾ ਉਹਦੀ ਘਰ ਵਾਲੀ ਦਾ ਸਭ ਧਨ ਉਹਨੂੰ ਪਤਾ ਲੱਗਾ ਤਾਂ ਉਹਨੇ ਸ਼ਰਾਪ ਦਿੱਤਾ, ਤੂੰ ਗੰਡਕਾ ਨਦੀ ਦਾ ਪੱਥਰ ਬਣ, ਕਹਿੰਦਾ ਮੇਰੇ ਪੱਥਰ ਦੀ ਪੂਜਾ ਹੋਵੇਗੀ, ਤੂੰ ਤੁਲਸੀ ਬਣ, ਤੇਰੇ ਨਾਲ ਹੀ ਕਰਨ। ਉਦੋਂ ਤੁਲਸੀ ਇਸ ਪ੍ਰਕਾਰ ਤੁਲਸੀ ਵੀ ਨਹੀਂ, ਸੰਜਮ ਵੀ ਨਹੀਂ, ਬਾਲਾ ਵੀ ਨਹੀਂ, ਤੇ ਪੱਥਰ ਵੀ ਨਹੀਂ, ਤਪ ਵੀ ਕੋਈ ਨਹੀਂ। ਗੋਪੀ ਕਾਨ ਨਾ ਗਊ ਗੋਵਾਲਾ, ਨਾ ਉਦੋਂ ਗੋਪੀਆਂ ਹੀ ਨੇ ਕ੍ਰਿਸ਼ਨ ਭਗਵਾਨ ਦੇ ਘਰ ਵਾਲੀਆਂ, ਤੇ ਨਾ ਕਾਂ ਕ੍ਰਿਸ਼ਨ ਹੀ ਪੈਦਾ ਹੋਏ, ਤੇ ਨਹੀਂ ਸੀ ਗਊਆਂ, ਤੇ ਨਹੀਂ ਸਾਨੂੰ ਚਰਾਉਣ ਵਾਲਾ ਗਵਾਲਾ, ਕੋਈ ਗਊ ਨਹੀਂ ਬਣੀ, ਕੋਈ ਗਵਾਲਾ ਨਹੀਂ, ਕੋਈ ਕ੍ਰਿਸ਼ਨ ਨਹੀਂ, ਉਦੋਂ ਕੋਈ ਗੋਪੀਆਂ ਤੇ ਕਾਨ ਆਦਿ ਕੁਛ ਵੀ ਨਹੀਂ ਸੀ। ਸੰਤ ਮੰਤ ਪਾਖੰਡ ਨਾ ਕੋਈ, ਨਾ ਕੋ ਵੰਤ ਵਜਾਏਂਦਾ। ਲੋਕ ਤੰਤਰ ਮੰਤਰ ਜੰਤਰ ਪੜ੍ਹਦੇ ਨੇ, ਜਾਦੂ ਟੂਣੇ ਧਾਗੇ ਤਾਂ ਕਰਦੇ ਨੇ, ਇਹ ਵੀ ਕੋਈ ਨਹੀਂ। ਸੰਤ ਮੰਤ ਪਖੰਡ ਕਰਦੇ ਜਿਹੜੇ, ਇਹ ਵੀ ਕੋਈ ਨਹੀਂ। ਭੇਖ ਬੜਾਉਣਾ, ਪਖੰਡ ਕਰਨਾ, ਲੋਕਾਂ ਨੂੰ ਠੱਗਣ ਵਾਸਤੇ, ਦੰਡ ਕਮੰਡਲ ਮੋਢੇ ਭਾਰ, ਯੋਗ ਨਹੀਂ ਕਰਮਾਂ ਦੀ, ਇਹੋ ਜਿਹਾ ਵੀ ਕੁਛ ਨਹੀਂ। ਨਾ ਕੋਈ ਵੰਸ ਵਜਾਏਂਦਾ, ਕੋਈ ਵੰਸ ਵਜਾਉਣ ਵਾਲਾ ਤੰਤੂ ਵੀ ਨਹੀਂ, ਜੰਤਰ ਵੀ ਨਹੀਂ, ਕੋਈ ਧਾਗਾ ਤਬੀਤ ਨਹੀਂ, ਕੁਛ ਵੀ ਨਹੀਂ। ਤੇ ਕਰਮ ਧਰਮ ਨਹੀਂ ਮਾਇਆ ਮਾਕੇ, ਕਰਮ ਕਮਾਉਣੇ ਧਰਮ ਕਮਾਉਣੇ ਆਪੋ ਆਪਣੇ, ਤੇ ਮਾਇਆ ਮਾਖੀ, ਮਾਇਆ ਨੂੰ ਮੱਖੀ ਦਾ ਦਰਜਾ ਦਿੱਤਾ ਗੁਰੂ ਨਾਨਕ ਪਾਤਸ਼ਾਹ। ਰਾਮ ਬਾਕੀ ਕਿਤੇ ਅਸਥਾਨ ਟਿਕਣ ਨਾ ਪਾਵੇ, ਇਹ ਵੀ ਦੇਖ ਸੰਤਾਂ ਬਿਨ ਤੈ ਕੋਈ ਨਾ ਛੱਡ, ਸੰਤ ਪਰੇ ਗੋਬਿੰਦ ਕੀ ਬਾਤ, ਜਹਾਂ ਬਿਗੰਧ ਤਹਾਂ ਬੈਠੇ, ਇਹ ਵੀ ਦੇਖ ਕਿਆ ਐ ਮਾਇਆ ਬੰਦ ਹੋ, ਬੰਦ ਮਿਲ ਗਿਆ ਹੋਵੇ, ਉੱਥੇ ਬਈ ਕਿਸੇ ਨੂੰ ਛੱਡਦੀ, ਇੱਕ ਥਾਂ ਟਿਕਦੀ। ਤੇਰੇ ਤੋਂ ਵੱਡੇ ਨੇ ਤੇ ਸੰਤ ਭਗਤ ਕਿਉਂ ਉਹ ਪੇਸ਼ਰ ਪਾਸੇ ਲੱਗੀ ਤਾਂ ਬਚ, ਇਹ ਤੂੰ ਨਹੀਂ ਬਚ। ਨਹੀਂ ਕਰਮ ਨਹੀਂ ਧਰਮ ਨਹੀਂ ਮਾਇਆ ਮੱਖੀ, ਅਜੇ ਪੈਦਾ ਹੋਈ ਨਹੀਂ ਸੀ ਬਣੀ। ਜਾਤ ਜਨਮ ਨਹੀਂ ਦਿਸੈ ਆਕੇ, ਨਹੀਂ ਕਿਸੇ ਦੀ ਕੋਈ ਜਾਤ, ਹੁਣ ਨਾਨਾ ਪ੍ਰਕਾਰ ਦੀਆਂ ਜਾਤਾਂ, ਨਹੀਂ ਕਿਸੇ ਦਾ ਕੋਈ ਜਨਮ ਪਤਾ ਨਹੀਂ, ਬਹੁਤ ਅੱਖਾਂ ਨਾਲ ਦਿਸਦਾ ਵੀ ਕੁਛ ਨਹੀਂ। ਮਮਤਾ ਜਾਲ ਕਾਲ ਨਹੀਂ ਮਾਤਾ, ਨਾ ਕੋ ਕਿਸੇ ਧਿਆਏਂਦਾ। ਨਹੀਂ ਮਮਤਾ ਮੇਰੀ ਤੇਰੀ, ਮੇਰਾ ਪੁੱਤਰ ਮੇਰੀ ਧੀ, ਮੇਰਾ ਘਰ ਮੇਰਾ ਕੁਛ ਨਹੀਂ, ਇਹ ਮਮਤਾ। ਤੇ ਜਾਲ ਵੀ ਕਾਲ ਦਾ, ਜਿਹੜਾ ਸਿਰ ਤੇ ਖੜਾ ਹੈ ਨਾ, ਮਾਥੇ ਤੇ ਮੱਥੇ ਦੇ ਸਿਰ ਤੇ ਖੜਾ ਕਾਲ, ਕਾਲ ਦਿਆਲ ਜਿਉਂ ਪਰਿਓ ਢੋਲੇ ਮੁਖ ਪਸਾਰੇ। ਆਜ ਕਾਲ ਹੁਣ ਕੋਹੇ ਗ੍ਰਸ ਹੈ, ਸਮਝ ਰੱਖੋ। ਸਿਰ ਤੇ ਕਾਲ ਵੀ ਨਹੀਂ, ਮਮਤਾ ਵੀ ਨਹੀਂ, ਜਾਲ ਵੀ ਨਹੀਂ, ਕੁਛ ਵੀ ਨਹੀਂ। ਨਾ ਕੋ ਕਿਸੇ ਧਿਆਏ ਦਾ, ਨਾ ਕੋ ਕੋਈ ਕਿਸੇ ਨੂੰ ਧਿਆਉਣ ਮੰਨਣ ਵਾਲਾ, ਤੇ ਨਾ ਕੋ ਹੈ ਹੀ ਸੀ ਉਸ ਮੌਕਾ। ਇੱਕ ਅਕਾਲ ਪੁਰਖ ਨਿਰੰਕਾਰ ਤੋਂ ਬਿਨ ਹਿੰਦੂ ਬਿੰਦੂ ਨਹੀਂ ਜਿਉ ਨਾ ਜਿੰਦੋ, ਨਾ ਕੋਈ ਕਿਸੇ ਦੀ ਨਿੰਦਿਆ ਕਰਦਾ, ਤੇ ਨਾ ਕੋਈ ਬਿੰਦ ਬਵਾਸ ਦੀ ਕਰਦਾ, ਨਾ ਬਿੰਦ ਕਿਸੇ ਨੂੰ ਕੋਈ ਜਾਣਦਾ ਹੀ ਹੈ। ਨਹੀਂ ਜਿਉ ਜੀਵ ਆਤਮਾ, ਨਹੀਂ ਜਿੰਦੋ ਜਿਉਂਦੇ ਰਹਿਣ ਵਾਲਾ, ਨਹੀਂ ਕੋਈ ਮਰਨ ਵਾਲਾ ਹੈ ਹੀ ਨਹੀਂ। ਨਾ ਤਦ ਗੋਰਖ ਨਾ ਮਸ਼ਿੰਦੋ, ਧੰਨ ਗੁਰੂ ਨਾਨਕ ਪਾਠਕ ਦੇ ਗੋਰਖ ਦੇ ਉਪਾਸਕੋ, ਮਸ਼ਿੰਦਰਨਾਥ ਨੂੰ ਮੰਨਣ ਵਾਲਿਓ, ਗੋਰਖ ਵੀ ਨਹੀਂ ਸੀ। ਤੇ ਮੱਛੀ ਤੋਂ ਪੈਦਾ ਹੋਣ ਵਾਲਾ, ਸ਼ਿਵਾਂ ਦੀ ਬਿੰਦ ਤੋਂ ਮਸ਼ਿੰਦਰਨਾਥ ਵੀ ਨਹੀਂ, ਇਹਨਾਂ ਦਾ ਉਹ ਵੀ ਨਹੀਂ ਸੀ ਬਣਿਆ, ਤੇ ਹੁਣ ਵੀ ਕਦੋਂ ਹੈਗਾ, ਤੇ ਗਾਹ ਕਦੋਂ ਰਹੂਗਾ। ਇਸ ਪ੍ਰਕਾਰ ਉਸ ਅਕਾਲ ਪੁਰਖ ਤੋਂ ਦੇ ਕੋਈ ਵਸਤੂ ਸਥਿਰ ਰਹਿਣ ਵਾਲੀ ਨਹੀਂ। ਨਾ ਤਦ ਗਿਆਨ ਧਿਆਨ ਕੁਲ ਊਪਤ, ਨਾ ਕੋ ਗਣਤ ਗਣਾਏਂਦਾ। ਤਦ ਉਦੋਂ ਗਿਆਨ ਦੀਆਂ ਗੱਲਾਂ ਕਰਨ ਵਾਲਾ ਕੋਈ ਗਿਆਨੀ ਸੀ, ਤੇ ਨਾ ਧਿਆਨ ਜੁੜਨ ਵਾਲਾ ਕੋਈ ਧਿਆਨੀ ਸੀ। ਕੁਲ ਓਪਤ ਕਹਾਉਣ ਵਾਲਾ ਤੇ ਪ੍ਰਗਟ ਹੋਣ ਵਾਲਾ, ਨਾ ਸੁਣਨ ਵਾਲਾ, ਨਾ ਕੋਈ ਗਿਣਤੀਆਂ ਮਿੰਤੀਆਂ ਗਣਾਉਣ ਵਾਲਾ ਤੇ ਗਿਣਨ ਵਾਲਾ ਹੈ ਸੀ। ਵਰਨ ਭੇਖ ਨਹੀਂ ਬ੍ਰਾਹਮਣ ਖੱਤਰੇ, ਵਰਨ ਜਾਤ ਆਸ਼ਰਮ ਆਰਥ ਜਿੰਨੇ ਬਣੇ ਨੇ, ਵਰਨ ਆਸ਼ਰਮ ਨੇ। ਤੇ 25 ਸਾਲ ਤੇ ਤੂੰ ਪੜ੍ਹਾਈ ਕਰ, ਬ੍ਰਹਮਚਾਰੀ ਰਹੋ, ਬੱਚੀਆਂ ਜਾਂ ਬੱਚੇ ਪੜ੍ਹਾਈ ਕਰ, ਕੋਰਸ ਕਰ, ਫਿਰ 25 ਸਾਲ ਗ੍ਰਸਤੀ ਬਣ ਗਈ। ਇਸ ਪ੍ਰਕਾਰ ਬੱਚੇ ਔਲਾਦ ਪੈਦਾ ਕਰ, 50 ਸਾਲ ਹੋ
फिर 25 साल तू वानप्रस्थी बन, तो जब तब बंदगी करनी है, फिर तू संन्यास बन, सन्यासी बनना, सब कुछ छੱਡ ਦੇ, ਕਿਸੇ ਦਾ ਧਿਆਨ ਨਹੀਂ ਰੱਖਣਾ, ਜਿਉਂਦੇ ਮਰ ਗਏ ਸੁਣ ਹੋ ਗਿਆ ਸਭ। ਇਹ 4 ਹਿੱਸਿਆਂ 'ਚ 100 ਸਾਲ ਦੀ ਰਾਜ। ਇਹ ਪ੍ਰਾਤਨ ਲੋਕਾਂ ਗ੍ਰੰਥਕਾਰਾਂ ਮੰਨੀ ਹੈ। ਇਹ ਕੋਈ ਵਰਨ ਨਹੀਂ, ਇਹ ਕੋਈ ਆਸ਼ਰਮ ਨਹੀਂ, ਕੋਈ ਵਰਨ ਨਹੀਂ। ਵਰਨ ਜਿਵੇਂ ਖੱਤਰੀ, ਬ੍ਰਾਹਮਣ, ਸੂਦ, ਵੈਸ 4 ਹੀ ਮਤ ਵਾਲੇ, ਤੇ ਮਜ਼ਹਬ ਨੇ ਮੁਸਲਮਾਨੀ ਮਤ ਵਾਲੇ, ਸ਼ੀਆ, ਸੁੰਨੀ, ਰਾਫਜ਼ੀ, ਇਮਾਮ ਸਾਹਬੀ। ਇਹ ਮਜ਼ਹਬ ਵੀ ਨਹੀਂ, ਇਹ ਵਰਨ ਵੀ ਨਹੀਂ, ਇਹ ਆਸ਼ਰਮ ਵੀ ਨਹੀਂ, ਇਹ ਭੇਖ ਵੀ ਨਹੀਂ, ਤੇ ਬ੍ਰਾਹਮਣ ਤੇ ਖੱਤਰੀ ਵੀ ਕੋਈ, 4 ਵਰਨ ਭਾਵ ਜਾਤਾਂ ਵੀ ਕੋਈ, ਵੈਸ਼, ਬ੍ਰਾਹਮਣ, ਖੱਤਰੀ ਆਦਿ ਇਹ ਵੀ ਨਹੀਂ, ਆਸ਼ਰਮ ਵੀ ਨਹੀਂ, ਵਰਨ, ਭੇਖ, ਖੱਤਰੀ ਵੀ, ਮਜ਼ਹਬ ਵੀ ਕੋਈ। ਉਦੋਂ ਹੈ ਹੀ ਕੁਛ ਨਹੀਂ ਸੀ। ਦੇਉ ਨਾ ਦੇਉਰਾ ਗਊ ਗਾਇਤਰੇ, ਨਾ ਕੋਈ ਦਿਉਹਰਾ ਬਣਿਆ, ਨਾ ਕੋਈ ਦੇਵਤਾ ਬਣਿਆ, ਨਾ ਉਹਨੂੰ ਕੋਈ ਮੰਨਣ ਵਾਲਾ ਬਣਿਆ, ਨਾ ਗਊਆਂ ਪੈਦਾ ਹੋਈਆਂ ਤੇ ਨਾ ਗਾਇਤਰੀ ਮੰਤਰੀ ਪੈਦਾ ਹੋਏ। 24 ਅੱਖਰਾਂ ਦਾ ਤੇ 32 ਅੱਖਰਾਂ ਦਾ, 32 ਤੋਂ ਛਪਾ 24 ਤੇ ਲਿਆਂਦਾ। ਉਹ ਅਸਲੀ ਗਾਇਤਰੀ ਮੰਤਰ ਸੀ 32 ਅੱਖਰਾਂ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਗਾਇਤਰੀ ਮੰਤਰ 32 ਅੱਖਰਾਂ 'ਚ ਜਪਜੀ ਸਾਹਿਬ ਬਖਸ਼, 32 ਅੱਖਰਾਂ 'ਚ 35 ਅੱਖਰ ਸਾਰੇ। ਜਪਜੀ ਸਾਹਿਬ ਵਿੱਚ 3 ਅੱਖਰ ਨੇ, ਸੰਧਾ, ਜੀਆਂ ਤੇ ਜਈ, ਤੇ ਜਪਜੀ ਸਾਹਿਬ 'ਚ ਨਹੀਂ ਆਉਂਦੇ, 32 ਅੱਖਰਾਂ 'ਚ ਸਾਰਾ ਜਪਜੀ ਸਾਹਿਬ। ਇਸ ਪ੍ਰਕਾਰ ਗਾਇਤਰੀ ਮੰਤਰ ਤੇ ਫਿਰ ਭਾਵ ਵਿਸ਼ੇਸ਼ ਜੀ ਨੇ ਸ਼ਰਾਪ ਦੇਤਾ ਗਾਇਤਰੀ ਮੰਤਰ ਨੂੰ 24 ਅੱਖਰਾਂ ਦੀ ਰਹਿ ਗਈ। ਉਹ ਵੀ ਸਾਹਿਬਾਂ ਬਖਸ਼ੀ, ਗੋਬਿੰਦੇ, ਮੁਕੰਦੇ, ਉਦਾਰੇ, ਅਪਾਰੇ, ਹਰੀਆਂ, ਹਰੀਆਂ, ਦਰਨਾਮੇ 24 ਅੱਖਰ। ਮੂਲ ਮੰਤਰ ਵਿੱਚ ਵੀ ਆਉਂਦੇ ਨੇ 24 ਅੱਖਰ। ਉਦੋਂ ਕੋਈ ਗਾਇਤਰੀ ਵੀ ਨਹੀਂ, ਕੋਈ ਗਊ ਵੀ ਨਹੀਂ, ਕੋਈ ਜੋਹਰਾ ਵੀ ਨਹੀਂ, ਉਹਨੂੰ ਪੂਜਣ ਵਾਲਾ ਵੀ ਕੋਈ ਨਹੀਂ। ਓਮ ਜਗ ਨਹੀਂ ਤੀਰਥ ਨਾਵਣ, ਨਾ ਕੋ ਪੂਜਾ ਲਾਏਂਦਾ। ਜਿਹੜੇ ਲੋਕ ਹੋਮ ਕਰਦੇ ਨੇ, ਜਪ ਕਰਦੇ ਨੇ, ਮੰਤਰ ਪੜ੍ਹਦੇ ਨੇ, ਤੀਰਥ ਨਹਾਉਂਦੇ ਨੇ 68 ਤੇ ਹੋਰ ਨਾ ਕੋਈ ਪੂਜਾ ਨਾ ਲਾਏਂਦਾ, ਨਾ ਕੋਈ ਪੂਜਾ ਕਰਦਾ, ਨਾ ਲੱਗਾ ਨਹੀਂ ਕੁਝ ਤੀਰਥ ਜਪ ਆਦਿਕ। ਨਾ ਕੋ ਮੁੱਲਾ ਨਾ ਕੋ ਕਾਜੇ, ਮੁੱਲਾ ਜਿਹੜੇ ਬਾਂਗਾ ਦਿੰਦੇ ਨੇ 5 ਵੇਰੀ ਹਰ ਰੋਜ਼, ਤੇ ਮੁਸਲਮਾਨ ਨਮਾਜ਼ਾਂ ਪੜ੍ਹਦੇ ਨੇ। ਤੇ ਭਗਤ ਜੀ ਕਿਤੇ ਮੁੱਲਾ ਮਨਾਰੇ ਕਿਆ ਚੜ੍ਹੇ, ਸਾਈਂ ਨਾ ਬਹਿਰਾ ਹੋ, ਬਹਿਰਾ ਨਾਮ ਬੋਲੇ ਦਾ, ਜਾਂ ਕਾਰਨ ਬਾਗ ਦੇ ਦਿਲ ਹੀ ਪਿੱਤਰ। ਸਾਰੇ ਸ਼ਹਿਰ ਨੂੰ ਉੱਚਾ ਮਨਾਰਾ ਬਣਾਉਂਦੇ ਨੇ, ਤੇ ਚੰਗੀ ਆਵਾਜ਼ ਵਾਲਾ ਮੁੱਲਾ ਲਾਉਂਦੇ ਨੇ, ਤੇ ਸਪੀਕਰ ਵਿੱਚ ਲਹਿੰਦੇ ਮੱਕੇ ਵੱਲ ਨੂੰ ਮੂੰਹ ਕਰਕੇ ਕੰਨਾਂ ਟੋਕਲਾਂ ਦੇ ਕੇ ਉਹ ਸਾਰੇ ਜ਼ੋਰ ਦੀ ਬਾਂਗ ਦਿੰਦੇ। ਜਿੰਨਾ ਜ਼ੋਰ ਲਾਉਣਾ ਸਾਈਂ ਕੋਈ ਗੋਲਾ ਹੈ, ਇਹ ਭਗਤ ਜੀ ਦੇ ਬਚਨ। ਇਸ ਪ੍ਰਕਾਰ ਨਾ ਕੋਈ ਮੁੱਲਾ ਤੇ ਨਾ ਕਾਜੀ ਫਤਵੇ ਲਾਉਣ ਵਾਲਾ, ਨਿਆਂ ਕਰਨ ਵਾਲਾ। ਕਿਹੋ ਜਿਹਾ ਨਿਆਂ? ਇਸ ਪ੍ਰਕਾਰ ਕਈ ਦਾ ਆਇਆ ਹੈ। ਕਾਜੀ ਨੇ ਵੀ ਬਲਦ ਰੱਖਿਆ ਹੈ, ਇੱਕ ਤੇਲੀ ਨੇ ਬਲਦ ਰੱਖਿਆ ਹੈ, ਦੋਨਾਂ ਦੇ ਬੱਚੇ ਬਲਦ ਚਾਰਨ ਚਲੇ। ਬਲਦ ਲੜ ਪਏ, ਭਿੜ ਪਏ। ਤੇਲੀ ਦੇ ਬਲਦ ਨੇ ਕਾਜੀ ਦੇ ਘਰ ਦੇ ਬਲਦ ਨੂੰ ਜਾਨੋਂ ਮਾਰ। ਪਤਾ ਲੱਗਾ, ਭੱਜਾ ਗਿਆ ਕਾਜੀ ਸਾਹਿਬਾਨ, ਤੇਲੀ ਭੱਜਾ ਗਿਆ ਕਾਜੀ ਸਾਹਿਬਾਨ। ਦੱਸੋ ਜੇ ਪਸ਼ੂ ਲੜ ਪੈਣ, ਇੱਕ ਦੂਜੇ ਨੂੰ ਮਾਰ ਦੇਵੇ ਤਾਂ ਸਜ਼ਾ ਕੀ ਹੁੰਦੀ ਹੈ? ਤਾਂ ਪਸ਼ੂ ਕਿਸੇ ਨੇ ਸਟਾਏ ਪਾਲਕੀ ਥੋੜੀ ਪਸ਼ੂ ਕਰ ਗਿਆ, ਤੇ ਫਿਰ ਕੀ ਹੋਇਆ? ਅੱਜ ਇੰਨੀ ਗੱਲ ਹੋਈ ਤੇ ਕਾਜੀ ਦਾ ਬੱਚਾ ਆ ਗਿਆ ਬਾਗਾਨ, ਸਾਡੇ ਬਲਦ ਨੂੰ ਇਹਨਾਂ ਦੇ ਬਲਦ ਨੇ ਮਾਰ ਦਿੱਤਾ। ਇਹ ਗੱਲ ਆ ਦਿਆਲ ਬਾਰੀ ਵਿੱਚੋਂ ਲਾਲ ਰੰਗ ਕਿਤਾਬ, ਲਾਲ ਜਿਲਦ ਬਣ ਗਿਆ। ਹੁਣ ਤੇ ਟਰੋਲੀ ਇੱਧਰ ਉੱਧਰ ਤੇ ਕੋਲੇ ਪੰਕਤੀਆਂ ਬਣਾ ਕੇ ਕਹਿੰਦਾ, ਹੁਣ ਤੇਲੀ ਤੋਂ ਲਾਲ ਕਿਤਾਬ ਖਾਨੇ ਕਿਉਂ, ਤੈਨੇ ਬਲਦ ਪੜਾਇਆ ਕਿਉਂ, ਹਾਲ ਖਵਾਏ ਕਿਆ ਮਸਟੰਡ, ਬਲਦ ਕਾ ਬਲਦ 20 ਰੁਪਏ ਟਨ। ਇਹੋ ਜਿਹਾ ਨਿਆਂ ਕਰਨਾ, ਇਹੋ ਜਿਹੀ ਭਾਵ ਸਿੱਖਿਆ ਦੇਣ ਵਾਲੇ ਕਾਜੀ ਵੀ ਕੋਈ ਨਹੀਂ, ਮੁੱਲਾ ਵੀ ਬਾਂਗਾ ਦੇਣ ਵਾਲਾ ਕੋਈ ਨਹੀਂ। ਹਨ ਗੁਰੂ ਨਾਨਕ ਪਾਤਸ਼ਾਹ ਦਾ ਸਨਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਭ ਦਾ ਪਾਠ ਖੋਲੀ ਜਾਂਦੀ ਹੈ। ਨਾ ਕੋ ਸਿੱਖ ਮਸਾਇਕ ਹਾਜੇ, ਜਾਤੀ ਹੈ ਮੁਸਲਮਾਨੀ ਮਤ ਦੀ, ਜਿਨ੍ਹਾਂ ਵਿੱਚ ਭਗਤ ਤੀਰ ਜੀ ਹੋਏ ਤੇ ਮਸਾਇਕ ਮਿਹਨਤਾਂ ਕਰਨ। ਉਹ ਇਸ ਪ੍ਰਕਾਰ ਦੁਨੀਆ ਤੇ ਹਾਜੀ ਹੱਜ ਕਰਨ ਵਾਲੇ, ਮੱਕੇ ਨੂੰ ਜਾਂਦਾ ਹੱਜ ਕਰਨ, ਕੋ ਤੀਰਥ ਨਹਾਉਣ ਜਾਂਦਾ ਹੈ ਹਿੰਦੂ, ਨਹੀਂ ਕੋਈ ਹਿੰਦੂ ਤੀਰਥ ਨਹਾਉਣ ਵਾਲਾ, ਨਹੀਂ ਕੋਈ ਹਾਜੀ ਹੱਜ ਕਰਨ ਵਾਲਾ, ਨਹੀਂ ਕੋਈ ਸ਼ੇਖ, ਨਹੀਂ ਕੋਈ ਮਸਾਇਕ ਮਿਹਨਤਾਂ ਵਾਲਾ।
ਨਹੀਂ ਕਾਜੀ ਤੇ ਨਹੀਂ ਕੋਈ ਮੁੱਲਾ, ਹੈ ਹੀ ਕੁਛ ਨਹੀਂ। ਰਈਅਤ ਰਾਉ ਨਾ ਹੋ ਮੈਂ ਦੁਨੀਆ, ਨਾ ਕੋ ਕਹਿਣ ਕਹਾਇਂਦਾ। ਰਾਉ ਰਾਜਾ ਤੇ ਰਈਅਤ ਉਹਦੀ ਤ੍ਰਿਤੀ ਦੇ ਹੋਰ ਲੋ, ਨਹੀਂ ਕੋ ਰਾਜਤ ਨਹੀਂ ਰਜਤ, ਨਹੀਂ ਕੋ ਹਉਮੈ ਕਿਸੇ ਨੂੰ ਮੈਂ ਵੱਡਾ ਹਾਂ ਤੇ ਮੈਂ ਨਿੱਕਾ, ਤੇ ਨਹੀਂ ਦੁਨੀਆ ਦੋ ਨੀਆਂ ਵਾਲੀ, ਮਰ ਕੇ ਆਉਣਾ ਤੇ ਜੰਮ ਕੇ ਪੈਦਾ ਹੋਣਾ ਤੇ ਮਰ ਕੇ ਜਾਣਾ। ਇਹ ਦੁਨੀਆ ਵੀ ਕੋਈ ਨਾ ਕੋ ਕਿਸੇ ਨੂੰ ਕਹਿੰਦਾ ਤੇ ਨਾ ਕੋਈ ਕਹਾਉਂਦਾ ਤੇ ਨਾ ਕੋਈ ਸੁਣਦਾ ਤੇ ਨਾ ਕੋਈ ਸੁਣਾਉਂਦਾ, ਆਈ ਕੁਛ ਨਹੀਂ ਸੀ। ਭਾਉ ਨਾ ਭਗਤੇ ਨਾ ਸਿਵ ਸਕਤੇ। ਮਨ ਚ ਭਾਉ ਭਾਵਨਾ ਵੀ ਨਹੀਂ ਤੇ ਭਗਤ ਵੀ ਨਹੀਂ, ਭਗਤ ਭਾਵਨਾ ਕੀਤੀ ਸਬਲੀ ਹੁੰਦੀ ਹੈ। ਨਾ ਕੋਈ ਸ਼ੈਵੀ ਪੈਦਾ ਹੋਇਆ ਤੇ ਨਾ ਉਹਦੀ ਸ਼ਕਤੀ ਪਾਰਵਤੀ ਬੜੀ ਪੈਦਾ ਹੋਈ ਤੇ ਕੋਈ ਭਾਵ ਭਗਤੀ ਸ਼ਕਤੀ ਆਦਿ ਨਹੀਂ। ਸਾਜਨ ਮੀਤ ਬਿੰਦ ਨਹੀਂ ਰੱਖਤੇ। ਇਹਦਾ ਸੱਜਣ ਮਿੱਤਰ ਨਹੀਂ, ਕੋਈ ਬਿੰਦ ਪਿਤਾ ਦੀ ਤੇ ਰਖਤ ਮਾਤਾ ਦੀ ਨਹੀਂ, ਕੁਛ ਵੀ ਨਹੀਂ ਅਜੇ ਬਣਿਆ। ਆਪੇ ਸਾਹੂ ਆਪੇ ਵਣਜਾਰਾ, ਸਾਚੇ ਇਹੋ ਭਾਏਂਦਾ। ਸਾਹੂਕਾਰ ਵੀ ਆਪ ਹੀ ਹੈ, ਵੰਡ ਕਰਨ ਵਾਲਾ ਬਣਜਾਰਾ ਵੀ ਆਪ ਹੀ ਹੈ, ਦੇਣ ਲੈਣ ਵਾਲਾ ਵੀ ਆਪ ਹੀ ਹੈ। ਸਾਚੇ ਇਹੋ ਭਾਏਂਦਾ, ਮਾਲਕ ਨੂੰ ਇਹੋ ਕੁਝ ਪਾਉਣਾ। ਮਹਾਰਾਜ ਸਾਹਿਬ ਗਿਣ ਦੱਸੀ ਜਾਂਦੀ ਹੈ, ਤੁਸੀਂ ਦੱਸੋ ਇਸ ਤਰੀਕੇ ਦੀ ਬਣੀਆਂ ਇਹਨਾਂ ਵਸਤੂਆਂ ਨੂੰ ਕਿਹੜੇ ਪੁਜਾਰੀ ਬਣ, ਜਿਹੜਾ ਆਪ ਜੰਮਣ ਮਰਨ ਵਾਲਾ ਹੈ, ਵਧਣ ਘਟਣ ਵਾਲਾ ਹੈ, ਭੁੱਲਣ ਵਾਲਾ ਹੈ, ਡਰ ਡਰਾਉਣ ਵਾਲਾ ਹੈ। ਨਹੀਂ, ਮਹਾਰਾਜ ਸਾਹਿਬ ਨੇ ਕਿਹਾ ਕਾਲ ਪੁਰਖ ਦੇ ਪੁਜਾਰੀ, ਉਸੇ ਦਾ ਮੂਲ ਮੰਤਰ ਜਪੋ, ਉਸੇ ਦਾ ਨਾਮ ਵਾਹਿਗੁਰੂ ਜਪੋ, ਤੇ ਸਾਰੀ ਸ੍ਰਿਸ਼ਟੀ ਵਿੱਚ ਹੀ ਆ ਤੇ ਨਾ ਕੋਈ ਵਣਜ ਹੈ, ਨਾ ਕੋਈ ਵਪਾਰ ਹੈ, ਨਾ ਕੋਈ ਸ਼ਾਹੂਕਾਰ ਹੈ, ਨਾ ਕੋਈ ਲੈਣ ਵਾਲਾ, ਨਾ ਕੋਈ ਰਾਜਾ, ਨਾ ਕੋਈ ਰਈਅਤ। ਇਸ ਪ੍ਰਕਾਰ ਕਹਿੰਦੇ ਹਨ। ਤੇਜ ਕਤੇਵ ਨਾ ਸਿਮਰਤ ਸਾਸਤ। ਉਦੋਂ ਚਾਰ ਵੇਦ ਵੀ ਨਹੀਂ ਬਣੇ, ਸ਼ਾਮ ਵੇਦ, ਰਿਗ ਵੇਦ, ਜੁਜੁਰਵੇਦ, ਸਰਵਣ ਵੇਦ, ਪੁੰਜੀਰ, ਪ੍ਰੇਤ, ਜਬੂਰ, ਕੁਰਾਨ, ਇਹ ਚਾਰ ਕਤੇਬਾਂ ਵੀ ਨਹੀਂ ਬਣੀ। ਵੇਦ ਕਤੇਬ ਨਾ ਸਿਮਰਤ, ਸਿਮਰਤੀਆਂ 27 ਤੇ ਸ਼ਾਇਤਰ 6, ਇਹ 18 ਪ੍ਰਾਣ ਅੱਗੇ ਜੜਾਉਂਦੇ ਨੇ ਹਜ਼ੂਰ। ਇਹ ਜੇ ਕੋਈ ਗ੍ਰੰਥ ਦੁਨੀਆ ਤੇ ਨਹੀਂ ਸੀ ਬਣਿਆ। ਪਾਠ ਪੁਰਾਣ ਉਹਦਾ ਨਹੀਂ ਆਸਤ। ਜਿਹੜੇ 18 ਪ੍ਰਾਣਾਂ ਦਾ ਪਾਠ ਕਰਦੇ ਨੇ ਇਹ ਵੀ ਨਹੀਂ ਸੀ ਪੈਦਾ ਹੋਏ। ਉਹਦੇ ਹੋਣਾ ਸੂਰਜ ਨੇ ਤੇ ਫਿਰ ਅਸਤ ਹੋਣਾ ਸ਼ਾਮ ਨੂੰ, ਉਹਦੇ ਅਸਤ ਵੀ ਕੋਈ, ਰਾਤ ਦਿਨ ਵੀ ਕੋਈ, ਬਣਿਆ ਕੁਛ ਨਹੀਂ, ਪੈਦਾ ਨਹੀਂ ਸੀ ਹੋਇਆ। ਕਹਿਤਾ ਭਗਤਾ ਆਪਿਆ ਗੁਚਰੂ, ਆਪਿਆ ਲੱਖ ਲਖਾਏਂਦਾ। ਕਿਸੇ ਨੂੰ ਕੁਝ ਕਹਿਣ ਵਾਲਾ, ਰਸਨਾ ਤੋਂ ਬਗੜ ਵਾਲਾ, ਅਭਾਵ ਅਗਮ ਗਮਤਾ ਮਨਤੀ ਤੋਂ ਪਰੇ, ਅਗੋਚਰ ਨਿਰੰਕਾਰ ਸਰੀਰ ਦੀਆਂ ਇੰਦਰੀਆਂ ਤੋਂ ਪਰੇ। ਅੱਖਾਂ ਦੇ ਖਰਬਾਨੇ ਦਿੱਤੇ ਹੋਏ ਆ, ਖਾਨੀਆਂ ਨੇ ਦਿੱਤੀਆਂ ਨਹੀਂ। ਉਹ ਵੀ ਦੱਸ ਦਿੰਦਾ ਹੈ ਕਿਆ ਸੁਗੰਧੀ ਆ ਰਹੀ ਹੈ, ਦੁਰਗੰਧੀ ਆ ਰਹੀ ਹੈ, ਨਾਸਤਾ ਉਹ ਦੱਸ ਦਿੰਦਾ ਹੈ। ਆਵਾਜ਼ ਕਿਹੜੀ ਹੈ, ਫਲਾਨਾ ਬੋਲਦਾ ਫੋਨ ਤੇ, ਅੰਨਾ ਖਾਨ ਜੇ ਇਸ ਤਰ੍ਹਾਂ ਨਹੀਂ ਤੇ ਫਿਰ ਤੋ ਕੇ ਦੱਸ ਕੋਈ ਇਸ ਤਰ੍ਹਾਂ ਦਾ ਤੂੰ ਫਲਾਨਾ ਹੈ, ਤੇਰੇ ਇਸ ਤਰ੍ਹਾਂ ਦੇ ਬਸਤਰ ਨੇ, ਆ ਨੋਟ ਫਲਾ ਇਸ ਤਰ੍ਹਾਂ ਦਾ ਹੈ। ਅੰਨੇ ਇਹ ਸਰੀਰ ਦਾ ਵਿਸ਼ਾ ਉਹ ਨਹੀਂ, ਅਗੋਚਰ। ਅਗੋਚਰ ਦੇ ਇਹ ਅਰਥ ਨਹੀਂ ਸੁਣਿਆ, ਨਹੀਂ ਸੁਣਿਆ, ਨਹੀਂ ਟੋਇਆ, ਨਹੀਂ ਵੇਖਿਆ, ਉਹਦਾ ਨਹੀਂ ਪਤਾ ਲੱਗਦਾ। ਉਹ ਅਗਮ ਹੈ, ਉਹ ਅਗੋਚਰ ਹੈ, ਅਲੱਖ ਹੈ, ਲੱਖਿਆ ਨਹੀਂ ਜਾਣਦਾ। ਕੌਣ? ਅਕਾਲ ਪੁਰਖ। ਕਿਹਦੇ ਪਾਸ਼ਕ ਬਣਾਂਗੇ ਤੋ ਕਹਿਣ ਵਾਲਾ ਵੀ ਕੋਈ ਨਹੀਂ, ਬਕਣ ਵਾਲਾ ਵੀ ਕੋਈ ਨਹੀਂ, ਅਗੋਚਰ, ਅਲੱਖ ਨਾ ਲੱਖੇ ਜਾਣ ਵਾਲਾ ਵੀ, ਤੇ ਉਹਨੂੰ ਲਿਖਾਉਣ ਵਾਲਾ, ਜਣਾਉਣ ਵਾਲਾ ਕਿ ਤੈਨੂੰ ਨਹੀਂ ਪਤਾ ਤੇ ਮੈਂ ਦੱਸ ਦਿੰਦਾ, ਉਹ ਵੀ ਕੋਈ। ਇਸ ਪ੍ਰਕਾਰ ਹੈ ਹੀ ਕੁਛ ਨਹੀਂ ਦੁਨੀਆ ਤੇ। ਕਿੱਡਾ ਵੱਡਾ ਗਿਆਨ ਸ਼ਬਦ ਵਿੱਚੋਂ ਸਭ ਸੱਚੇ ਪਾਤਸ਼ਾਹ ਜੀ ਸਾਨੂੰ ਦੇ ਰਹੇ ਨੇ, ਫਿਰ ਨਾ ਮੰਨੀ। ਬੰਦਿਆਂ ਦੇ ਮਗਰ, ਦੇਵੀ ਜੋਤਾਂ ਦੇ ਮਗਰ, ਆਪੇਤਾਂ ਦੇ ਮਗਰ, ਧਾਗੇ ਤਵੀਤਾਂ ਦੇ ਮਗਰ ਤੁਰੇ ਫਿਰਦੇ। ਤੁਹਾਡੀ ਪਰ ਚੰਦਰਮਾ ਵੀ ਨਹੀਂ, ਸੂਰਜ ਵੀ ਨਹੀਂ, ਆਕਾਸ਼ ਵੀ ਨਹੀਂ, ਕੋਈ ਗ੍ਰੰਥ ਵੀ ਨਹੀਂ, ਕੋਈ ਦੇਵੀ ਦੇਵਤਾ ਵੀ ਨਹੀਂ, ਪਰ ਹੈ ਕਾਲ ਗ੍ਰੰਥ ਹੈ। ਹੁਣ ਵੀ, ਪਹਿਲੇ ਵੀ, ਅੱਗੇ ਨੂੰ ਵੀ ਹੋਵੇ। ਆਦ ਸੱਚ, ਸਾਧ ਸੱਚ ਹੈ ਵੀ ਸੱਚ, ਨਾਰਕ ਸੋਚੇ ਵੀ ਸੱਚ, ਫਿਰ ਤੇ ਕੀਤਾ ਆਵੇ। ਐਵੇਂ ਪਾਲਟੀਆਂ ਬਣਾਈ ਫਿਰਦੇ, ਐਵੇਂ ਵੰਡਾ ਪਾਈ ਫਿਰਦੇ, ਮਰਜ਼ੀ ਤੁਹਾਡੀ। ਇੰਨਾ ਕੁਛ ਪੜ੍ਹ ਸੁਣ ਕੇ ਵੀ ਜਾਂ ਤਿਸ ਪਾਣਾ ਤਾਂ ਜਗ ਚੋ ਪਾਇਆ। ਇੱਥੋਂ ਤੱਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਆਰੰਭ ਵਿੱਚ ਬੇਨਤੀ ਕੀਤੀ ਹੈ, 4 ਤਰ੍ਹਾਂ ਦੀ
ਨਿਤ ਪਰਲੋ, ਨਿਤ ਪਰਲੋ, ਵਾਂਤਰ ਪਰਲੋ, ਮਹਾ ਪਰਲੋ, ਪਰਲੋ ਦੱਸੀ ਹੈ। ਜਦੋਂ ਕਰ ਲੈਂਦਾ ਤਾਂ ਉਦੋਂ ਕੀ ਹੁੰਦਾ ਤੇ ਕਿੰਨੀ ਤਰ੍ਹਾਂ ਹੋਈ, ਕਿੰਨੇ ਕੁ ਸਾਲ ਹੋਈ, ਅਰਬ ਖਰਬ, ਇਹ ਵੀ ਨਹੀਂ ਕੀਤਾ। ਇੱਥੋਂ ਤੱਕ ਪਰਲੋ ਵਰਨ ਕੀ ਸਭ ਸੱਚੇ ਪਾਤਸ਼ਾਹ ਜੀ। ਅਗਲੀਆਂ ਹੁਣ 3 ਕੁ ਪੌੜੀਆਂ ਵਿੱਚ ਸਭ ਸੱਚੇ ਪਾਤਸ਼ਾਹ ਉਤਪਤੀ ਕਰਦੇ ਕਿਵੇਂ ਸ੍ਰਿਸ਼ਟੀ ਬਣਾਈ ਕਰਤੇ ਆਪ ਹੀ ਪਰਮੇਸ਼ਰ ਕਾਲ ਪੁਰਖ ਨੇ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਜੀ ਨੂੰ ਪੁੱਛ ਲੋ, ਦੱਸਦੇ ਨੇ ਏਕ ਹੈ ਅਨੇਕ ਹੈ ਫਿਰ ਏਕ, ਖੇਲ 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 ਖੇਲਣ ਅੰਤ ਕੋ ਫਿਰ। ਇੱਕ ਹੀ ਅਨੇਕ ਰੂਪ ਹੋਇਆ ਹੈ, ਫਿਰ ਤੂੰ ਇੱਕ ਰੂਪ ਹੋ ਜਾਵੇਂ ਕਿ ਸਭ ਤੇਰੀ ਖੇਡ ਰਚੀ ਹੋ। ਸਾਡੇ ਲਈ ਤਾਂ ਸਾਲ ਅਰਬ ਖਰਬ ਲੰਘ ਜਾਂਦੇ ਆ, ਤੇਰੇ ਲਈ ਬਣਾ ਲਿਆ ਤੇ ਢਾ ਲਿਆ। ਅੱਗੇ ਹਜ਼ੂਰ ਦੱਸਦੇ ਹਨ ਬਾਜ ਕਲਾ ਆਡਾਣ ਰਹਾਇਆ, ਜਾਤ ਭਾਣਾ ਤਾਂ ਜਗਤ ਉਪਾਇਆ। ਜੈ ਪੈਦਾ ਕੀਤਾ ਜਗਤ, ਉਪਾਇਆ ਬਣਾਉਣਾ ਕੀ, ਉਸ ਨੂੰ ਭਾਇਆ ਵੀ ਮੈਂ ਬਹੁਤੇ ਰੂਪ ਹੋਣਾ, ਮੈਂ ਸ੍ਰਿਸ਼ਟੀ ਬਣਾਉਣੀ ਤੇ ਬੜਾ ਚਿਰ ਕੱਲਿਆਂ ਬਹਿ ਲਿਆ, ਆਨੰਦ ਮਾਣ ਲਿਆ ਕੱਲੇ ਬਹਿ ਕੇ, ਹੁਣ ਬਹੁਤੇ ਰੂਪ ਹੋ ਜਾਵਾਂ। ਜਾਤ ਭਾਣਾ ਤਾਂ ਜਗਤ ਉਪਾਇਆ, ਬਾਜ ਕਲਾ ਆਡਾਣ ਰਹਾਇਆ। ਕਲਾ ਤੋਂ ਥੰਮਾ ਤੋਂ ਸ਼ਕਤ ਬਿਨਾ ਅਡਾਣ ਆਕਾਸ਼ ਤੋਂ ਭਾਵ ਉਹ ਵੀ ਰਹਾਇਆ ਰੱਖ ਲਿਆ, ਬਣਾ ਲੈਣਾ, ਆਕਾਸ਼ ਵੀ ਬਣਾ ਲਿਆ ਆਪਣੇ ਸਰੀਰ ਤੋਂ। ਇਸ ਪ੍ਰਕਾਰ ਜਗਤ ਵੀ ਬਣਾ ਲਿਆ ਤੇ ਆਕਾਸ਼ ਵੀ ਬਣਾ ਲਿਆ, ਹਵਾ ਵੀ ਬਣਾ ਲਈ। ਉਸ ਹਵਾ ਤੋਂ ਪਾਣੀ, ਹਵਾ ਤੋਂ ਪਾਣੀ ਬਣਾ ਲਿਆ, ਪਾਣੀ ਤੋਂ ਧਰਤੀ ਬਣਾ ਲਈ, ਧਰਤੀ ਤੋਂ ਜੀਵ ਜੰਤੂ ਬਣਾ ਲਏ। ਸਾਕੇ ਤੇ ਪਵਣਾ ਪਿਆ, ਪਹਿਲੋਂ ਆਕਾਸ਼ ਪੈਦਾ ਹੋਇਆ, ਫਿਰ ਪਵਨ ਹਵਾ ਪੈਦਾ, ਪਵਨੇ ਤੇ ਜਲ, ਫਿਰ ਪੌਣ ਤੋਂ ਜਲ ਪੈਦਾ ਹੋਇਆ। ਤੋ ਜਲ ਤੇ ਤੇਰੇ ਭਾਵਨ ਤੇ ਭਾਵਨ ਆਜ ਇਹ ਧਰਤੀ ਬਣਾ ਲਈ। ਬਾਅਦ ਇਸ ਪ੍ਰਕਾਰ ਹਜ਼ੂਰ ਕਹਿੰਦੇ ਹਨ ਬ੍ਰਹਮਾ ਵਿਸ਼ਨ ਮਹੇਸ਼ ਪਾਏ, ਮਾਇਆ ਮੋਹ ਵਧਾਏ ਦਾ। ਫੇਰ ਤੂੰ ਬ੍ਰਹਮਾ ਨੂੰ ਪੈਦਾ ਕਰ ਦਿੱਤਾ ਤੇ ਵਿਸ਼ਨੂੰ ਪੈਦਾ ਕਰ ਦਿੱਤਾ ਤੇ ਮਹੇਸ਼ ਸ਼ਿਵ ਜੀ ਬਣਾ ਲਿਆ ਸ੍ਰਿਸ਼ਟੀ ਚਲਾਉਣ ਲਈ। ਤਿੰਨੇ ਦੇਵਤੇ 3 ਗੁਣ, ਇੱਕ ਹੈ ਰਜੋ ਗੁਣ, ਇੱਕ ਹੈ ਤਮੋ ਗੁਣ, ਇੱਕ ਸਤੋ ਗੁਣ। ਸਤੋ ਗੁਣੀ ਹੈ ਵਿਸ਼ਨੂੰ ਤੇ ਰਜੋ ਗੁਣੀ ਹੈ ਬ੍ਰਹਮਾ ਤੇ ਤਮੋ ਗੁਣੀ ਹੈ ਮਹੇਸ਼ ਸ਼ਿਵ ਜੀ। ਇਸ ਪ੍ਰਕਾਰ ਬਲੈਤਾ ਸੁਧਾਰ ਕਰਨ ਵਾਲੇ, ਪਾਲਣਾ ਆਦਿ ਕਰਨ ਵਾਲੇ ਬ੍ਰਹਮਾ ਵਿਸ਼ਨੂੰ ਮਹੇਸ਼ ਤਿੰਨੇ ਗੁਣ ਉਪਾਏ, ਪੈਦਾ ਕਰ ਲੈ, ਬਣਾ ਲੈਣਾ ਕੀਤੇ। ਮਾਇਆ ਮੋਹ ਵਧਾਏ ਦਾ, ਤੇ ਮਾਇਆ ਬਣਾ ਲਈ ਜੜ ਚੇਤਨ ਤੇ ਮੋਹ ਵਧਾ ਲਿਆ ਇਹਦਾ। ਤਾਂ ਮੋਹ ਫਸੇ ਹੋਏ, ਤਾਣੇ ਤਣੇ ਹੋਏ ਚੱਕਰ ਕੱਟੀ ਚੱਲੋ। ਇਸ ਪ੍ਰਕਾਰ ਸਾਹਿਬ ਕਹਿੰਦੇ ਹਨ ਵਿਰਲੀ ਕੋ ਗੁਰ ਸ਼ਬਦ ਸੁਣਾਇਆ, ਵਿਰਲਿਆਂ ਵਿਰਲਿਆਂ ਨੂੰ ਸ਼ਬਦ ਦੀ ਸੋਝੀ ਹੋ ਗਈ, ਸ਼ਬਦ ਦਾ ਗਿਆਨ ਹੋ ਗਿਆ ਵੀ ਆਹ ਪੜਿਆ ਸੀ, ਆਹ ਸੁਣਿਆ ਸੀ। ਅਸੀਂ ਤਾਂ ਐਵੇਂ ਹਨੇਰੇ 'ਚ ਟੱਕਰਾਂ ਮਾਰੀ ਜਾਂਦੇ, ਐਵੇਂ ਰੋਈ ਜਾਂਦੇ, ਬਹੁਤ ਫਸੇ, ਐਵੇਂ ਇੱਕ ਦੂਜੇ ਮਗਰ ਭੱਜੇ ਜਾਂਦੇ, ਹੈ ਹੀ ਕੁਛ। ਪਰਲੋ ਕਈ ਵਾਰੀ ਹੋਈ ਗਾਂ ਫਿਰ ਹੋਣੀ, ਜਿਉਂਦੇ ਰਹਿ ਲਿਆ ਤਾਂ ਲਾਹਾ ਲੈ ਲਈਏ, ਮਰ ਕੇ ਤੇ ਫਿਰ ਸਾਰੀ ਜਾਣਾ। ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਹੋਏ। ਪਰ ਜਾਣਾ ਅਣਹੋਣੀ ਗੱਲ ਨਹੀਂ। ਇਹ ਵਿਰਲਿਆਂ ਵਿਰਲਿਆਂ ਨੂੰ ਗੁਰੂ ਸਾਹਿਬਾਨ ਨੇ ਸ਼ਬਦ ਸੁਣਾ, ਆਪਣਾ ਉਪਦੇਸ਼ ਦੱਸਿਆ, ਬ੍ਰਹਮ ਗਿਆਨ ਦਿੱਤਾ, ਹੁਣ ਦੇ ਮਨ 'ਚ ਵਸ ਗਿਆ। ਭਾਗਾਂ ਵਾਲੀਆਂ ਆਤਮਾ ਦੇ ਵਿਰਲਿਆਂ ਵਿਰਲਿਆਂ, ਸਾਰਿਆਂ ਦੇ ਨਹੀਂ। ਜਿਵੇਂ ਸਾਹਿਬ ਕਹਿੰਦੇ ਹਨ ਪਰ ਕਰ ਦੇਖਾ ਹੁਕਮ ਸਵਾਇਆ, ਸਾਰਿਆਂ ਨੂੰ ਕੀਤਾ ਪੈਦਾ ਤੇ ਹੁਕਮ ਵੀ ਲਾਇਆ। ਹੁਕਮ ਵਿੱਚ ਚੱਲਣ ਵਾਲੀਆਂ ਭਾਗਾਂ ਵਾਲੀਆਂ ਆਤਮਾ ਹੋਈਆਂ, ਜਿਨ੍ਹਾਂ ਦੇ ਆਸ ਵਿੱਚ ਧਰਤੀ, ਉਹਨਾਂ ਦੀ ਕੋਈ ਜਾਤ ਨਹੀਂ, ਕੋਈ ਬਰਾਦਰੀ ਨਹੀਂ, ਕੋਈ ਉਹਨਾਂ ਦਾ ਵਰਨ ਨਹੀਂ, ਕੋਈ ਭੇਗ ਨਹੀਂ। ਉਹ ਸਾਰਿਆਂ ਨਾਲ ਮਿਲ ਕੇ ਚੱਲ। ਸਭ ਕੋ ਮੀਤ ਹਮ ਆਪਨ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕਿਓ ਮੇਰੇ ਰਾਜਨ। ਇਹੋ ਜਿਹੇ ਭਾਵ ਵਿਰਲੇ ਵਿਰਲੇ ਹੋਏ ਹਨ। ਖੰਡ ਬ੍ਰਹਮੰਡ ਪਾਤਾਲ ਅਰੰਭੀ, ਗੁਪਤਹ ਪ੍ਰਗਟਿਆਏ ਦਾ। ਪਿੱਛੇ ਵੀ ਖੰਡ ਬ੍ਰਹਮੰਡ ਦੀਆਂ ਪੰਕਤੀਆਂ ਆਈਆਂ, ਪਰ ਨਾਸ ਹੋਣ ਵਾਲੀਆਂ ਇੱਥੇ ਹੋਈਆਂ ਨੇ ਪੈਦਾ ਹੋਣ ਵਾਲੀਆਂ। ਮਹਾਰਾਜ ਸਾਹਿਬ ਬ੍ਰਹਮੰਡ ਬਣਾ ਲਿਆ, ਉਹਦੇ 9 ਖੰਡ ਬਣਾ ਲਏ ਤੇ 7 ਪਤਾਲ ਆਕਾਸ਼ ਬਣਾ ਲਿਆ, ਆਰੰਭ ਕਰ ਦਿੱਤਾ। ਤੇ ਗੁਪਤੋਂ ਪ੍ਰਗਟਿਆਏ ਦਾ, ਪਹਿਲੋਂ ਮਹਾਰਾਜ ਸਾਹਿਬ ਤੂੰ ਗੁਪਤ ਇਹਨਾਂ ਖੰਡਾਂ ਬ੍ਰਹਮੰਡਾਂ ਵਿੱਚ, ਪਤਾਲਾਂ ਵਿੱਚ, ਹੁਣ ਤੂੰ ਪ੍ਰਗਟੀ ਆਏ ਦਾ, ਹੁਣ ਤੂੰ ਪ੍ਰਗਟ ਹੋ ਗਿਆ ਹੈ। ਜੋ ਦਿਸੇ ਸੋ ਤੇਰਾ ਰੂਪ, 83 ਲੱਖ ਗੁਣ ਦੇ ਬਨਾਸਪਤੀ ਤੇ ਜੋ ਵੀ ਕੁਝ ਦਿਸ ਰਿਹਾ ਹੈ, ਧਰਤੀ ਚੰਦਰਮਾ, 5 7 ਖਾਣੀਆਂ ਬਾਣੀਆਂ, ਸਭ ਤੇਰਾ ਰੂਪ ਹੈ। ਇਹ ਤੇਰੇ ਤੋਂ ਪੈਦਾ ਹੋਈਆਂ, ਤੂੰ ਬਣਾਈ। ਇਸ ਪ੍ਰਕਾਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਉਹ ਕਾਲ ਪੁਰਖ ਤੋਂ ਬਿਨਾਂ ਹੋਰ ਕੋਈ ਨਹੀਂ। ਬੁਰਾ ਭਲਾ ਕੋ ਕਿਸ ਨੂੰ ਕਹੀਏ, ਸਗਲੇ ਜੀ ਤੁਮਾਰੇ
ਕਿਵੇਂ ਜਣਾਉਂਦੇ ਹਨ। ਤਾਕਾ ਅੰਤ ਨਾ ਜਾਣੈ ਕੋਈ। ਪਰਮੇਸ਼ਰ ਨਿਰੰਕਾਰ ਕਾਲ ਪੁਰਖ, ਤੇਰਾ ਅੰਤ ਕੌਣ ਜਾਣ ਸਕਦਾ? ਕੋਈ ਅੰਤ ਨਹੀਂ ਪਾ ਸਕਦਾ। ਅੰਤ ਨਾ ਅੰਤਾ ਸਦਾ। ਅੰਤ ਕੋ ਚਾਹਣ ਜੋ ਗਏ ਆਏ ਅੰਤ ਕੋ ਆਏ। ਉਹਨਾਂ ਦਾ ਆਪਣਾ ਅੰਤ ਤੇਰੇ ਵਿੱਚ ਹੋ ਗਿਆ, ਤੇਰਾ ਅੰਤ ਕਿਸੇ ਨਹੀਂ ਪਾਇਆ। ਅੰਤ ਹੈ ਪੂਰੇ ਗੁਰ ਤੇ ਸੋਜੀ ਹੋਏ। ਸੋਝੀ ਇਹ ਗਿਆਨ ਪੂਰੇ ਗੁਰੂ ਤੋਂ ਹੋ ਸਕਦੀ ਹੈ, ਸਾਹਿਬ ਗੁਰੂ ਗ੍ਰੰਥ ਸਾਹਿਬ ਤੋਂ ਸੋਝੀ ਹੋ। ਇਹ ਗਿਆਨ ਹੋਰ ਕਿਤੇ ਨਹੀਂ ਹੋ ਸਕਦਾ। ਜਿਹੜਾ ਗੁਰ ਸਭ ਤੋਂ ਵੱਡਾ ਉਹੀ ਗੁਰ ਦਾ ਸੀ। ਨਹੀਂ ਤੇ ਪਿਤਾ ਕਾ ਜਨਮ ਕੇ ਜਾਣੇ ਪੂਰ ਸਗਲ ਪ੍ਰੋਇਆ ਪੂਰ। ਇਸ ਪ੍ਰਕਾਰ ਹਜ਼ੂਰ ਆਖਰੀ ਪੰਕਤੀ ਤੇ ਬਖਸ਼ ਕਰਦੇ ਹਨ। ਨਾਨਕ ਸਾਧ ਰਤੇ ਦਸਮਾਦੇ ਬਿਸਮ ਭਏ ਗੁਣ ਗਾਏਂਦਾ। ਸੱਚ ਵਿੱਚ ਰਤੇ ਤਦਾਕਾਰ ਹੋਇਓ ਤੇ ਸਮਾਧ ਹੋ, ਹੈਰਾਨ ਹੋ ਗਿਆ, ਸਰਜ ਹੋ ਤੇ ਤੇਰੇ ਗੁਣਾਂ ਨੂੰ ਪੜ੍ਹ ਕੇ ਸੁਣ ਕੇ ਬਿਸਮ ਪਏ, ਆਨੰਦ ਨੂੰ ਸੰਯੁਕਤ ਪ੍ਰਾਪਤ ਹੋਏ, ਭਏ ਗੁਣ ਗਾਏਂਦਾ। ਤੇਰੇ ਗੁਣਾਂ ਨੂੰ ਗਾ ਗਾ ਕੇ, ਤੇਰੇ ਗੁਣਾਂ ਨੂੰ ਸੁਣ ਸੁਣ ਕੇ ਇਸ ਪ੍ਰਕਾਰ ਆਨੰਦ ਨੂੰ ਪ੍ਰਾਪਤ ਹੋਏ ਨੇ ਤੇ ਆਨੰਦ ਮਾਣਿਆ। ਰਹਿੰਦੀ ਜ਼ਿੰਦਗੀ ਦਾ ਵਿਲਾਹਾ ਲਿਆ, ਆਉਣ ਵਾਲੇ ਸਮੇਂ ਦਾ ਵੀ ਲੈਣਗੇ ਪਿਤਾ ਵੀ ਲਿਆ। ਇਸ ਪ੍ਰਕਾਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸੋਹਲਿਆਂ ਰੂਪੀ ਪਵਿੱਤਰ ਬਾਣੀ, ਇਹ ਸ਼ਬਦ ਅੰਦਰ ਤੋਂ ਪਰਲੋ ਕਰਨੀ ਤੇ ਲੈਤਾ ਸ਼ਿਕਾਰ ਕਰਨਾ ਤੇ ਪਾਲਣਾ ਕਰਨੀ, ਪੈਦਾ ਕਰਨੀ, ਉਹਦੇ ਬਾਰੇ ਸਾਨੂੰ ਦੱਸਿਆ ਕਿ ਅਕਾਲ ਪੁਰਖ ਤੋਂ ਬਿਨਾਂ ਹੋਰ ਸਭ ਉਸ ਦੇ ਪੁਜਾਰੀ ਬਣੋ, ਸੱਚਾ ਮਿੱਠਾ ਬੋਲੋ, ਭਰਾਵਾਂ ਦੇ ਸਮਾਜ ਨਾਲ ਮਿਲ ਕੇ ਚੱਲੋ, ਈਰਖਾ ਦਵੈਤ ਛੱਡੋ। ਜੀ ਆਓ ਭੋਗ ਪਾਈਏ ਗੁਰੂ ਬਖਸ਼। ਤਾਕਾ ਅੰਤ ਨ ਜਾਣੈ ਕੋਈ। ਪੂਰੇ ਗੁਰ ਤੇ ਸੋਝੀ ਹੋਈ। ਨਾਨਕ ਸਾਧ ਰਤੇ ਬਿਸਮਾਦੇ ਬਿਸਮ ਭਏ ਗੁਣ ਗਾਏਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।